in the world. For more details, call 647-219-2580. 647-219-2580. The fastest 4K IP box in Canada. 5G latest technology. More than 4,000 channels. English, Hindi, Urdu, Punjabi, volume okay? all latest movies, drama series, sports, For the- kids section, and religious channel. Take this 5G IP box. So use this rather than this. So you can use this when there's a song, when there's a caller or a song. You can. You are listening to WTOR 770 AM, Youngstown, Toronto. ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, the best rates, up to 80% discounts on car insurance। ਗੱਲ ਕੀ auto, home, life, trucking fleets and non-fleets, disability, group benefits, ਕਿੱਦਾਂ ਦੀ ਵੀ ਕਵਰੇਜ ਲਵੋ। ਆਰਮਰ ਚੇਤੇ ਰੱਖੋ, ਆਰਮਰ ਇੰਸ਼ੋਰੈਂਸ is partners with leading Canadian insurance companies। 24/7 online quotes 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ brokers 905452 5127 905 452 5127। ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਜੀ ਆਇਆਂ। ਮੈਂ ਤੁਹਾਡਾ ਦੋਸਤ ਤੇ ਹੋਸਟ ਰੁਪਿੰਦਰ ਹੇਰ ਹਰ ਐਤਵਾਰ ਦੀ ਤਰ੍ਹਾਂ ਅੱਜ ਫਿਰ ਇੱਕ ਐਸਾ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੋ ਮੁੱਦੇ ਉੱਤੇ ਬਹੁਤ ਘੱਟ ਗੱਲ ਹੁੰਦੀ ਆ। ਉਹ ਪੰਜਾਬੀਆਂ ਨਾਲ ਤੇ ਖਾਸ ਤੌਰ ਤੇ ਸਿੱਖ ਭਾਈਚਾਰੇ ਨਾਲ ਜੁੜਿਆ ਹੋਇਆ ਔਰ ਉਹ ਮੁੱਦਾ ਹੈ ਕਿ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਕਿਸ ਚੀਜ਼ ਤੋਂ ਹੈ। ਜਿਵੇਂ ਹੀ ਇਹ ਸਵਾਲ ਸਾਨੂੰ ਕੋਈ ਪੁੱਛਦਾ ਹੈ ਜਾਂ ਗੱਲ ਦਿਮਾਗ 'ਚ ਆਉਂਦੀ ਹੈ, ਉਹਦਾ ਜਵਾਬ ਸਟ੍ਰੇਟ ਇੱਕ ਹੀ ਆਉਂਦਾ ਹੈ, ਉਹ ਹੈਗਾ ਡਰੱਗ। ਮਗਰ ਹੋ ਸਕਦਾ ਹੈ ਹਕੀਕਤ ਵਿੱਚ ਨਸ਼ੇ ਨਾਲੋਂ ਵੀ ਜ਼ਿਆਦਾ ਸਾਡੇ ਸਿੱਖ ਨੌਜਵਾਨਾਂ ਨੂੰ ਪੰਜਾਬ 'ਚ ਹੋਰ ਕਿਸੇ ਚੀਜ਼ ਦਾ ਖਤਰਾ ਹੋਏ। ਅੱਜ ਇਸ ਉੱਤੇ ਗੱਲ ਕਰਾਂਗੇ, ਇਸ ਮੁੱਦੇ ਉੱਤੇ ਗੱਲ ਕਰਾਂਗੇ ਕਿ ਉਹ ਖਤਰਾ ਕੀ ਹੈ ਔਰ ਉਹਦਾ ਕਾਰਨ ਕੀ ਹੈ। ਅੱਜ ਇੱਥੇ ਇਹ ਵੀ ਗੱਲ ਕੀਤੀ ਜਾਏਗੀ ਕਿ ਇਲੈਕਸ਼ਨਸ ਪੋਲਿੰਗ ਹੋਈ ਹੈ। ਅੱਜ ਇੱਕ ਖਾਸ ਅਨਾਉਂਸਮੈਂਟ ਸ਼ਾਮ ਨੂੰ 6 ਤੋਂ 7 ਵਜੇ ਦੇ ਟੋਰਾਂਟੋ ਦੇ ਟਾਈਮ ਦੇ ਉੱਤੇ ਹੋਣੀ ਹੈ। ਉਹ ਕੀ ਹੈ? ਉਹ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਚੋਣ ਔਰ ਆਉਣ ਵਾਲੇ ਸਿਆਸੀ ਕੈਨੇਡਾ ਦੇ ਵਿੱਚ ਹਾਲਾਤਾਂ ਦੇ ਬਾਰੇ ਕੀ ਉਹਦਾ ਅਸਰ ਹੋਏਗਾ, ਉਹਦੇ ਉੱਤੇ ਗੱਲ ਹੋਏਗੀ। ਨਾਲ ਇਹ ਵੀ ਗੱਲ ਕੀਤੀ ਜਾਏਗੀ ਕਿ ਕੀ ਜੋ ਸਿਟੀ ਦੇ ਮੇਅਰ ਨੇ ਜਾਂ ਪ੍ਰੀਮੀਅਰਸ ਨੇ, ਕੀ ਉਹਨਾਂ ਨੂੰ ਇਸ ਲੀਡਰਸ਼ਿਪ ਦੀ ਰੇਸ ਵਿੱਚ ਹਿੱਸਾ ਲੈਣਾ ਚਾਹੀਦਾ, ਕੀ ਉਹਨਾਂ ਨੂੰ ਇਹਦੇ ਵਿੱਚ ਆ ਕੇ ਕਿਸੇ ਖਾਸ ਧੜੇ ਦੀ ਮਦਦ ਕਰਨੀ ਚਾਹੀਦੀ ਆ, ਇਹਦੇ ਫਾਇਦੇ ਨੁਕਸਾਨ ਔਰ ਇਹਦੇ ਤੇ ਸਿਟੀ ਨੂੰ ਕੀ ਅਸਰ ਹੁੰਦਾ ਹੈ। ਜੇ ਸਮੇਂ ਨੇ ਇਜਾਜ਼ਤ ਦਿੱਤੀ ਤੇ ਨਾਲ ਇਹ ਵੀ ਡਿਸਕਸ ਕਰਾਂਗੇ ਕਿ ਅੱਜ ਕਾਂਗਰਸ ਪਾਰਟੀ ਨੇ ਇੰਡੀਆ ਵਿੱਚ ਇੱਕ ਬਹੁਤ ਵੱਡੀ ਅਨਾਉਂਸਮੈਂਟ ਕੀਤੀ ਹੈ। ਉਹ ਕੀ ਹੈ ਔਰ ਉਹਦੇ ਬਾਅਦ ਕਾਂਗਰਸ ਦਾ ਭਵਿੱਖ ਕਿਵੇਂ ਹੋਏਗਾ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਮੁੱਦੇ ਵੱਲ ਵਧੀਏ, ਪੰਜਾਬ ਦੇ ਸਿੱਖ ਨੌਜਵਾਨਾਂ ਦਾ ਸਭ ਤੋਂ ਵੱਡਾ ਥ੍ਰੈਟ ਉਹਨਾਂ ਦੇ ਉੱਤੇ ਕੀ ਹੈ, ਉਹਦੀ ਬਾਰੇ ਗੱਲ ਕਰੀਏ। ਅਸੀਂ ਸੁਣਦੇ ਹਾਂ ਪੰਜਾਬ ਦੇ ਅੱਜ ਦੇ ਹਾਲਾਤ ਇੱਕ ਗੀਤ ਦੇ ਦੁਆਰਾ ਔਰ ਤੁਸੀਂ ਸਾਡੇ ਨਾਲ ਲਾਈਵ ਜੁੜ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 416 620 1778 416 620 1778। ਜੇ ਤੁਸੀਂ ਇੰਟਰਨੈਟ ਦੇ ਦੁਆਰਾ ਕਿਤੇ ਵੀ ਦੁਨੀਆ ਦੇ ਕੋਨੇ 'ਚ
ਇਸ ਪ੍ਰੋਗਰਾਮ ਨੂੰ ਲਾਈਵ ਵੇਖਣਾ ਚਾਹੁੰਦੇ ਹੋ ਤੇ ਤੁਸੀਂ www.radiozindabad.com ਤੇ ਜਾ ਕੇ ਤੁਸੀਂ ਲਾਈਵ ਪ੍ਰੋਗਰਾਮ ਵੇਖ ਸਕਦੇ ਹੋ। ਤੁਸੀਂ ਸਾਡੇ ਨਾਲ ਫੇਸਬੁੱਕ ਤੇ ਲਾਈਵ ਵੀ ਜੁੜ ਸਕਦੇ ਹੋ। ਤੁਹਾਡੇ ਨਾਲ ਇਸੇ ਤਰ੍ਹਾਂ ਗੱਲਬਾਤ ਹੁੰਦੀ ਰਹੇਗੀ। ਸਟੂਡੀਓ ਦੇ ਨੰਬਰ 416 620 1778 ਤੇ ਆਓ ਸੁਣਦੇ ਹਾਂ ਪੰਜਾਬ ਦੇ ਹਾਲਾਤ ਔਰ ਇਹ ਗੀਤ ਕੀ ਅੱਜ ਦੀ ਹਕੀਕਤ ਬਿਆਨ ਕਰਦਾ ਹੈ। ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ। ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ। ਸੁੱਕ ਗਈਆਂ ਜੜਾਂ ਮੁਰਝਾਈਆਂ ਟਾਹਣੀਆਂ, ਸੁੱਕ ਗਈਆਂ ਜੜਾਂ ਮੁਰਝਾਈਆਂ ਟਾਹਣੀਆਂ। ਛੇਤੀ ਕਿਤੇ ਮੈਥੋਂ ਦੱਸੀਆਂ ਨਹੀਂ ਜਾਣੀਆਂ, ਛੇਤੀ ਕਿਤੇ ਮੈਥੋਂ ਦੱਸੀਆਂ ਨਹੀਂ ਜਾਣੀਆਂ। ਹਰ ਪਾਸੇ ਨਸ਼ੇ ਦੀ ਹਨੇਰੀ ਝੁੱਲ ਗਈ, ਹਰ ਪਾਸੇ ਨਸ਼ੇ ਦੀ ਹਨੇਰੀ ਝੁੱਲ ਗਈ। ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ, ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ। ਉਹ ਦੱਸ ਕਿਹੜਾ ਨੱਚੂਗਾ ਖੰਡੇ ਦੀ ਧਾਰ ਤੇ। ਪੰਜਾਬੀ ਨਸ਼ਿਆਂ ਨੇ ਮਾਰਦੇ, ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਦੇ। ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਦੇ, ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਦੇ। ਕਿੱਥੇ ਫਿਰੇ ਭੁੱਲੀ ਵੱਡੀਏ ਪੰਜਾਬਣੇ, ਤੈਨੂੰ ਅੱਜ ਆਉਂਦੇ ਨੀ ਜਵਾਨ ਸਾਹਮਣੇ। ਕਿੱਥੇ ਫਿਰੇ ਭੁੱਲੀ ਵੱਡੀਏ ਪੰਜਾਬਣੇ, ਤੈਨੂੰ ਅੱਜ ਆਉਂਦੇ ਨੀ ਜਵਾਨ ਸਾਹਮਣੇ। ਧੂਏ ਨਾਲ ਛਾਤੀਆਂ ਦਾ ਦੁੱਧ ਸਾੜਦਾ, ਧੂਏ ਨਾਲ ਛਾਤੀਆਂ ਦਾ ਦੁੱਧ ਸਾੜਦਾ। ਜੰਮਣੇ ਤੋਂ ਪਹਿਲਾਂ ਅੱਧਾ ਪੁੱਤ ਮਾਰਦਾ, ਜੰਮਣੇ ਤੋਂ ਪਹਿਲਾਂ ਅੱਧਾ ਪੁੱਤ ਮਾਰਦਾ। ਜੰਮਦੇ ਨੂੰ ਰੋਕਾਂ ਨੇ ਲਿਆ ਹੈ ਘੇਰ ਜੀ। ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ, ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ। ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ, ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ। ਸੇਰਾ ਬੀਜ ਬੀਜ ਕੇ ਉਗਾਈਆਂ ਫਸਲਾਂ, ਫਸਲਾਂ ਦੀ ਜ਼ਹਿਰ ਨੇ ਗਵਾਈਆਂ ਨਸਲਾਂ। ਸੇਰਾ ਬੀਜ ਬੀਜ ਕੇ ਉਗਾਈਆਂ ਫਸਲਾਂ, ਫਸਲਾਂ ਦੀ ਜ਼ਹਿਰ ਨੇ ਗਵਾਈਆਂ ਨਸਲਾਂ। ਗਊਆਂ ਮੱਝਾਂ ਫੁੱਲ ਕੀਤੀਆਂ ਟਰੇਨ ਜੀ, ਟੀਕਿਆਂ ਤੇ ਖਿੱਚ ਗਈਆਂ ਦੁੱਧ ਦੇਣ ਜੀ, ਟੀਕਿਆਂ ਤੇ ਖਿੱਚ ਗਈਆਂ ਦੁੱਧ ਦੇਣ ਜੀ। ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ, ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ। ਪਾਣੀ ਪੀਣ ਜੋਗਾ ਵੀਰਿਆ ਨੀ ਢਾਬਾ, ਪਾਣੀ ਪੀਣ ਜੋਗਾ ਵੀਰਿਆ ਨੀ ਢਾਬਾ। ਚਿੱਟੇ ਦਾ ਤੂਫਾਨ ਇੰਨਾ ਬੜਾ ਹੋ ਗਿਆ, ਉਹ ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ, ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ, ਰੰਗਲਾ ਪੰਜਾਬ ਮੇਰਾ। ਦੋਸਤੋ, ਪੰਜਾਬ ਦੀਆਂ ਬਹੁਤ ਸਮੱਸਿਆ ਨੇ ਔਰ ਖਾਸ ਤੌਰ ਤੇ ਜੋ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਉਹ ਕਿਸ ਤਰੀਕੇ ਨਾਲ ਤਬਾਹ ਹੋਈ ਜਾ ਰਹੀ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ। ਮਗਰ ਇਸ ਸਾਰੇ ਜੋ ਵੀ ਤਬਾਹੀ ਦੇ ਕਾਰਨ ਨੇ, ਚਾਹੇ ਉਹ ਨਸ਼ੇ ਨੇ, ਚਾਹੇ ਉਹ ਗੰਦਾ ਪਾਣੀ, ਪੀਣ ਵਾਲਾ ਪਾਣੀ, ਦਵਾਈਆਂ, ਸਾਰੀਆਂ ਚੀਜ਼ਾਂ ਨਾਲੋਂ ਉੱਤੇ ਜੇ ਅੱਜ ਦੇ ਦਿਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੰਜਾਬੀ ਨੌਜਵਾਨਾਂ ਨੂੰ ਸਭ ਤੋਂ ਵੱਡਾ ਜੇ ਚੈਲੰਜ ਹੈ ਔਰ ਥ੍ਰੈਟ ਹੈ, ਉਹ ਤੁਸੀਂ ਹੈਰਾਨ ਹੋਗੇ ਸੁਣ ਕੇ ਕਿ ਉਹ ਹੈਗਾ ਧਰਮ ਪਰਿਵਰਤਨ। ਇਸ ਬਾਰੇ ਗੱਲ ਬਹੁਤ ਘੱਟ ਹੋ ਰਹੀ ਹੈ। ਉਹਦਾ ਕਾਰਨ ਇਹ ਹੈ ਕਿ ਜੋ ਇੰਡੀਅਨ ਕਨਸਟੀਟਿਊਸ਼ਨ ਹੈ ਉਹ ਇਸ ਚੀਜ਼ ਨੂੰ ਅਲਾਉ ਨਹੀਂ ਕਰਦਾ ਕਿ ਤੁਸੀਂ ਕਿਸੇ ਵੀ ਧਰਮ ਪ੍ਰਚਾਰ ਦੇ ਅਗੇਂਸਟ ਕੋਈ ਐਕਸ਼ਨ ਲੈ ਸਕੋ। ਮਗਰ ਇਹ ਚੀਜ਼ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਚੀਜ਼ ਦੀ ਸ਼ੁਰੂਆਤ 1991 ਤੋਂ ਲੈ ਕੇ 2001 ਤੇ 2001 ਤੋਂ 2011 ਦੇ ਦਹਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਹੋਈ ਹੈ। ਔਰ ਅੱਜ ਹਾਲਾਤ ਇਹ ਆ ਚੁੱਕੇ ਨੇ ਕਿ ਜੇ ਅਸੀਂ 1991 ਦੀ ਗੱਲ ਕਰੀਏ ਤੇ 62.95 ਤਕਰੀਬਨ 63% ਆਬਾਦੀ ਪੰਜਾਬ ਦੀ ਜਿਹੜੀ ਸੀਗੀ ਉਹ ਸਿੱਖਾਂ ਦੀ ਸੀ। ਇਹਦਾ ਆਨਸਰ ਬਹੁਤ ਸਾਰੇ ਲੋਕ ਇਹ ਦਿੰਦੇ ਨੇ ਕਿਉਂਕਿ ਇਸ ਵੇਲੇ ਜਿਹੜੀ ਉੱਥੇ ਆਬਾਦੀ ਰਹਿ ਗਈ ਹੈ ਉਹ ਤਕਰੀਬਨ 55% ਹੈ। ਔਰ ਉਹਦਾ ਕਾਰਨ ਬਹੁਤ ਵੱਡਾ ਹੈ ਕਿ ਬਹੁਤ ਸਾਰੇ ਪੰਜਾਬੀ ਜਿਹੜੇ ਆ
ਖਾਸ ਤੌਰ ਤੇ ਸਿੱਖ ਭਾਈਚਾਰੇ ਦੇ ਲੋਕ ਉਹ ਦੂਸਰੇ ਦੇਸ਼ਾਂ 'ਚ ਜਾ ਵਸੇ ਨੇ। ਮਗਰ ਇੱਕ ਪਰਸੈਂਟੇਜ ਉੱਥੇ ਹੋਰ ਵੀ ਹੈ, ਔਰ ਉਹ ਧਰਮ ਪਰਿਵਰਤਨ ਕਿੱਥੇ ਕੀਤਾ ਜਾ ਰਿਹਾ ਹੈ, ਉਹ ਹੈ ਚਰਚ ਦੇ ਦੁਆਰਾ। ਇਸ ਚੀਜ਼ ਉੱਤੇ ਬਹੁਤ ਵਾਰੀ ਪੰਜਾਬ ਦੇ ਬਹੁਤ ਸਾਰੇ ਸੰਸਥਾਵਾਂ ਨੇ ਜਦੋਂ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਉੱਥੇ ਇੰਡੀਅਨ ਪੈਨਲ ਕੋਡ IPC 295A ਦੇ ਅਧੀਨ ਤੁਸੀਂ ਇਹ ਚੀਜ਼ ਜਿਹੜੀ ਹੈ ਇਹਨੂੰ ਰੋਕ ਨਹੀਂ ਸਕਦੇ, ਕਿਉਂਕਿ ਉੱਥੇ ਕੋਈ ਵੀ ਜਿਹੜਾ ਇੰਡੀਆ ਦਾ ਸਿਟੀਜ਼ਨ ਹੈ, ਕੋਈ ਵੀ ਆ ਆਪਣੀ ਮਰਜ਼ੀ ਨਾਲ ਧਰਮ ਚੁਣ ਸਕਦਾ। ਮਗਰ ਕੀ ਇਹ ਆਪਣੀ ਮਰਜ਼ੀ ਨਾਲ ਚੁਣਿਆ ਜਾ ਰਿਹਾ? ਸਵਾਲ ਇਸ ਚੀਜ਼ ਦਾ ਹੈ। ਸਵਾਲ ਇਸ ਚੀਜ਼ ਦਾ ਹੈ ਕਿ ਉਹ ਨੌਜਵਾਨ ਜਿਹੜੇ ਆ ਉਹ ਹਰ ਤਬਕੇ ਦੇ ਨੇ। ਸਵਾਲ ਇਹ ਹੈ ਕਿ ਉਹਨਾਂ ਦੀ ਮਜਬੂਰੀ ਹੈ ਕਿ ਉਹ ਸਿੱਖੀ ਛੱਡ ਕੇ ਉਹ ਧਰਮ ਬਦਲਣਾ ਚਾਹੁੰਦੇ ਨੇ। ਕਾਰਨ ਕੀ ਹੈ? ਕਾਰਨ ਦੋਸਤੋ, ਸਾਡੀ ਆਪ ਦੀ ਸਿੱਖ ਕਮਿਊਨਿਟੀ ਹੈ, ਸਾਡੀ ਆਪ ਦੀਆਂ ਸਿੱਖ ਸੰਸਥਾਵਾਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਕੋਲ ਕਰੋੜਾਂ ਅਰਬਾਂ ਰੁਪਇਆ ਦਾ ਪੈਸਾ ਔਰ ਉਹਨਾਂ ਦੇ ਬਜਟਸ ਨੇ। ਮਗਰ ਕੀ ਉਹ ਜੋ ਇਹ ਨੌਜਵਾਨ ਜਿਨ੍ਹਾਂ ਕਾਰਨਾਂ ਕਰਕੇ ਆਪਣਾ ਧਰਮ ਪਰਿਵਰਤਨ ਕਰ ਰਹੇ ਨੇ, ਕੀ ਉਹਨਾਂ ਕਾਰਨਾਂ ਬਾਰੇ ਉਹ ਜਾਣੂ ਨੇ? ਹਾਂ, ਬਿਲਕੁਲ ਜਾਣੂ ਨੇ। ਕੀ ਉਹ ਇਸ ਚੀਜ਼ ਬਾਰੇ ਜਾਣੂ ਨੇ ਕਿ ਉਹਨਾਂ ਦੀਆਂ ਲੋੜਾਂ ਕੀ ਹੈ? ਕਿਹੜੀਆਂ ਉਸ ਖਾਸ ਲੋੜਾਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ ਅੱਜ ਦੇ ਦਿਨ 'ਚ, ਪਿਛਲੇ 10 ਸਾਲਾਂ ਤੋਂ। ਔਰ ਲਗਾਤਾਰ ਉਹ ਨੌਜਵਾਨ ਜਿਹੜੇ ਆ ਉਹ ਧਰਮ ਛੱਡ ਕੇ, ਸਿੱਖੀ ਰੂਪ ਛੱਡ ਕੇ ਉਹ ਆਪਣਾ ਧਰਮ ਬਦਲ ਰਹੇ ਨੇ। ਮਗਰ ਇਹਦੇ ਬਾਰੇ ਨਾ ਪੰਜਾਬ ਸਰਕਾਰ, ਨਾ ਕੋਈ ਹੋਰ ਸਰਕਾਰਾਂ ਔਰ ਨਾ ਹੀ ਸਿੱਖ ਜਥੇਬੰਦੀਆਂ ਇਸ ਚੀਜ਼ ਬਾਰੇ ਚਿੰਤਤ ਨੇ। ਕਿਉਂ? ਕਿਉਂਕਿ ਜੇ ਇਹਦੀ ਆਵਾਜ਼ ਉਠਾਈ ਜਾਏਗੀ ਤੇ ਉਹਨਾਂ ਨੂੰ ਕੁਐਸਚਨ ਕੀਤੇ ਜਾਣਗੇ ਕਿ ਕਿਉਂ ਲੋਕ ਨਸ਼ਿਆਂ ਨਾਲ, ਲੋਨ ਦੇ ਨਾਲ, ਕਰਜ਼ੇ ਚੁੱਕ ਕੇ ਜੋ ਗਰੀਬੀ ਦੀ ਮਾਰ ਥੱਲੇ ਆ ਗਏ ਨੇ, ਉਹਨਾਂ ਕੋਲ ਹੋਰ ਕੋਈ ਕਾਰਨ ਨਹੀਂ ਹੈ। ਜਦੋਂ ਉਹਨਾਂ ਨੂੰ ਕੋਈ ਫ੍ਰੀ ਪੜ੍ਹਾਈ, ਫ੍ਰੀ ਰਾਸ਼ਨ ਪਾਣੀ, ਕਿਸੇ ਵੀ ਤਰ੍ਹਾਂ ਦੀ ਇਹੋ ਜਿਹਾ ਲਾਲਚ ਦਿੱਤਾ ਜਾਂਦਾ, ਉਸ ਟਾਈਮ ਪਾਪੀ ਪੇਟ ਦਾ ਸਵਾਲ ਯਾਦ ਰਹਿੰਦਾ ਹੈ। ਔਰ ਉਸ ਟਾਈਮ ਨਾ ਤੇ ਕੋਈ ਧਰਮ, ਨਾ ਸਿੱਖੀ, ਨਾ ਕੋਈ ਗੁਰੂ ਦੀਆਂ ਜੋ ਵੀ ਸਿਖਲਾਵਾਂ, ਜੋ ਵੀ ਚੀਜ਼ਾਂ ਸਾਨੂੰ ਦਸੀਆਂ ਨੇ, ਉਹ ਸਾਰੀਆਂ ਭੁੱਲ ਜਾਂਦੀਆਂ ਨੇ। ਕਿਉਂਕਿ ਇਸ ਵੇਲੇ ਪੰਜਾਬ ਦਾ ਯੂਥ ਗਰੀਬੀ ਦੀ ਮਾਰ ਹੇਠ ਆ, ਨਸ਼ਿਆਂ ਦੀ ਮਾਰ ਹੇਠ ਆ। ਔਰ ਅਫਸੋਸ ਦੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਗਵਰਨਮੈਂਟਾਂ ਦੇ ਖਿਲਾਫ ਨਾਅਰੇ ਜ਼ਰੂਰ ਲਾਉਂਦੀਆਂ ਨੇ, ਮਗਰ ਅਸੀਂ ਕਦੀ ਵੀ ਆਪਣੀਆਂ ਉਹਨਾਂ ਸੰਸਥਾਵਾਂ ਨੂੰ ਜਿੱਥੇ ਅਸੀਂ ਕਰੋੜਾਂ ਰੁਪਇਆ ਦੇ ਚੜਾਵੇ ਚੜਾਉਂਦੇ ਆ, ਅਸੀਂ ਉਹਨਾਂ ਨੂੰ ਸਵਾਲ ਨਹੀਂ ਕਰਦੇ ਔਰ ਉਹਨਾਂ ਨੂੰ ਸਵਾਲ ਕਰਨ ਦੀ ਜ਼ਰੂਰਤ ਨਹੀਂ ਕਰਦੇ। ਕਿਉਂਕਿ ਧਰਮ ਤੇ ਰਾਜਨੀਤੀ ਇੰਨੀ ਸਟਰੋਂਗ ਹੋ ਗਈਆਂ ਨੇ, ਇੰਨੀਆਂ ਤਾਕਤਵਰ ਬਣ ਗਈਆਂ ਨੇ ਕਿ ਕੋਈ ਵੀ ਅੱਜ ਤੱਕ ਇਸ ਚੀਜ਼ ਦੀ ਜ਼ਰੂਰਤ ਨਹੀਂ ਕਰ ਸਕਿਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਿਹੜੇ ਇੰਨੀਆਂ ਸੰਸਥਾਵਾਂ ਨੇ, ਇੰਨਾ ਚੜਾਵਾ ਜਿਹੜਾ ਗੁਰਦੁਆਰੇ ਚੜ੍ਹਦਾ ਆ ਉਹ ਇੰਨਾ ਜ਼ਿਆਦਾ ਆ ਕਿ ਸ਼ਾਇਦ ਪੂਰੇ ਸਿੱਖ ਕੌਮ ਦੇ ਬੱਚੇ ਜਿਹੜੇ ਉੱਥੇ ਨੌਜਵਾਨ ਬੱਚੇ ਆ, ਉਹਨਾਂ ਨੂੰ ਯੂਨੀਵਰਸਿਟੀ ਡਿਗਰੀ ਪੜ੍ਹਾਈ ਜਾ ਸਕੇ, ਉਹਨਾਂ ਨੂੰ ਡੀ-ਐਡਿਕਸ਼ਨ ਸੈਂਟਰ 'ਚ ਜਾਣ ਦੀ, ਉਹਨਾਂ ਦਾ ਖਰਚਾ ਚੁੱਕ ਕੇ ਉਹਨਾਂ ਨੂੰ ਤੰਦਰੁਸਤੀ ਵਾਲੇ ਪਾਸੇ ਔਰ ਚੰਗੇ ਪਾਸੇ ਲਾਇਆ ਜਾ ਸਕੇ। ਮਗਰ ਇਸ਼ੂ ਕੀ ਹੈ? ਇਸ਼ੂ ਹੈਗਾ ਆਪਣਾ ਸਵਾਰਥ। ਗਵਰਨਮੈਂਟ ਇੰਡੀਅਨ ਕਨਸਟੀਟਿਊਸ਼ਨ ਦੇ ਥੱਲੇ ਬੰਦੀ ਹੋਈ ਹੈ ਔਰ ਉਹ ਇੱਕ ਰਾਈਟ ਵੀ ਹੈ ਫਰੀडम ਆਫ ਫੋਲੋਇੰਗ ਐਨੀ ਰਿਲੀਜਨ, ਔਰ ਹੋਣਾ ਵੀ ਚਾਹੀਦਾ। ਮਗਰ ਇਹ ਕੋਈ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਨਹੀਂ ਹੋ ਰਿਹਾ। ਜੋ ਪਰਸੈਂਟੇਜਸ ਵੱਧ ਰਹੀਆਂ ਨੇ ਉਹ ਉਹਨਾਂ ਧਰਮਾਂ ਦੀਆਂ ਨੇ ਜਿੱਥੇ ਫ੍ਰੀ ਲਾਲਚ ਦਿੱਤਾ ਜਾ ਰਿਹਾ। ਇਹ ਚੀਜ਼ ਪਹਿਲਾਂ ਮੱਧ ਪ੍ਰਦੇਸ਼ 'ਚ ਹੁੰਦੀ ਸੀ, ਝਾਰਖੰਡ 'ਚ ਹੁੰਦੀ ਸੀਗੀ, ਨਾਰਥ ਈਸਟ 'ਚ ਹੁੰਦੀ ਸੀਗੀ, ਕਿਉਂਕਿ ਉੱਥੇ ਗਰੀਬੀ ਸੀ ਔਰ ਉੱਥੇ ਧਰਤੀ ਇੰਨੀ ਉਪਜਾਊ ਨਹੀਂ ਸੀ, ਲੋਕ ਇੰਨੇ ਪੜ੍ਹੇ ਲਿਖੇ ਨਹੀਂ ਸੀਗੇ, ਇੰਨੇ ਐਡਵਾਂਸ ਨਹੀਂ ਸੀਗੇ ਕਿ ਉਹ ਇਹਨਾਂ ਚਾਲਾਂ ਨੂੰ ਸਮਝ ਸਕਣ। ਮਗਰ ਅਫਸੋਸ ਇਹ ਹੈ ਕਿ ਇੱਕ ਪੜ੍ਹੀ ਲਿਖੀ ਕੌਮ, ਇੱਕ ਨੰਬਰ 1 ਸਟੇਟ ਜਿਹੜੀ ਪੰਜਾਬ, ਜਿੱਥੇ ਸਭ ਤੋਂ ਜ਼ਿਆਦਾ ਖੁਸ਼ਹਾਲੀ ਔਰ ਸਭ ਤੋਂ ਜ਼ਿਆਦਾ ਫੌਜ ਦੇ ਵਿੱਚ ਜਾਣ ਵਾਲੇ ਲੋਕ, ਤੰਦਰੁਸਤੀਆਂ, ਗੇਮਾਂ, ਕੁਸ਼ਤੀਆਂ, ਪਹਿਲਵਾਨੀਆਂ, ਕਬੱਡੀ, ਇਹਨਾਂ ਚੀਜ਼ਾਂ ਨਾਲ ਮਾਣ ਰੱਖਣ ਵਾਲੇ ਲੋਕ ਅੱਜ ਜਿਹੜੇ ਆ ਉਹ ਨਸ਼ੇ ਨਾਲ ਤਬਾਹ ਕੀਤੇ ਗਏ ਆ। ਔਰ ਉਹਨਾਂ ਨਸ਼ਿਆਂ ਕਰਕੇ ਕਿਸਾਨ ਦੀ ਖੇਤੀ ਦੀ ਕੀਮਤ ਜਿਹੜੀ ਆ ਉਹਨੂੰ ਮਿਲ ਨਹੀਂ ਰਹੀ।
ਸੋ ਗਰੀਬੀ ਨਸ਼ੇ ਇਹ ਉਹਨਾਂ ਨੌਜਵਾਨਾਂ ਨੂੰ ਉਸ ਹਾਲਤ ਤੱਕ ਪਹੁੰਚਾਇਆ ਜਾ ਰਿਹਾ ਹੈ ਕਿ ਜਿੱਥੇ ਉਹਨਾਂ ਕੋਲ ਕੋਈ ਚਾਰਾ ਨਹੀਂ ਮਗਰ ਰੋਟੀ ਔਰ ਕਿਸੇ ਥੋੜੇ ਜਿਹੇ ਲਾਲਚ ਪਿੱਛੇ ਉਹਨਾਂ ਨੂੰ ਧਰਮ ਪਰਿਵਰਤਨ ਕਰਾਇਆ ਜਾ ਰਿਹਾ। ਅਸੀਂ ਸਾਰੇ ਬਹੁਤ ਵਧੀਆ ਆਰਾਮ ਨਾਲ ਆਪਣੇ ਆਪਣੇ ਘਰਾਂ 'ਚ ਬੈਠੇ ਹਾਂ, ਦੇਸ਼ਾਂ ਪ੍ਰਦੇਸ਼ਾਂ 'ਚ ਵਸੇ ਹੋਏ ਹਾਂ, ਮਗਰ ਕੀ ਅਸੀਂ ਐਜ਼ ਸਿੱਖ ਇਸ ਚੀਜ਼ ਬਾਰੇ ਸੋਚ ਰਹੇ ਹਾਂ? ਨਹੀਂ। ਕੀ ਅਸੀਂ ਐਜ਼ ਕਮਿਊਨਿਟੀ ਐਜ਼ ਪੰਜਾਬੀ ਅਸੀਂ ਇਸ ਚੀਜ਼ ਬਾਰੇ ਸੋਚ ਰਹੇ ਹਾਂ? ਨਹੀਂ। ਅਸੀਂ ਵਾਪਸ ਗੁਲਾਮ ਬਣਾਏ ਜਾ ਰਹੇ ਹਾਂ, ਵਾਪਸ ਗੁਲਾਮੀ ਵੱਲ ਚੱਲੀ ਜਾ ਰਹੇ ਹਾਂ। ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਨੇ, ਆਰਗੇਨਾਈਜੇਸ਼ਨਸ ਨੇ ਜੋ ਸਾਨੂੰ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਸਾਨੂੰ ਗੁਲਾਮ ਬਣਾ ਰਹੀਆਂ ਨੇ ਔਰ ਅਸੀਂ ਗੁਲਾਮ ਬਣੀ ਜਾ ਰਹੇ ਹਾਂ। ਕਦੋਂ ਅਸੀਂ ਆਪ ਜਾਗਾਂਗੇ, ਕਦੋਂ ਅਸੀਂ ਇਸ ਚੀਜ਼ ਦੀ ਆਵਾਜ਼ ਉਠਾਵਾਂਗੇ? ਜਦੋਂ ਕਿ ਇਹ ਚੀਜ਼ ਦਾ ਚੈਲੰਜ ਹੋਏਗਾ ਕਿ ਸਾਡੀ ਸਿੱਖੀ, ਸਾਡੇ ਸਿੱਖ ਨੌਜਵਾਨ ਧਰਮ ਨਾ ਛੱਡਣ। ਬਹੁਤ ਮਿਹਨਤ ਕਰਕੇ ਸਾਡੇ ਗੁਰੂਆਂ ਨੇ ਸ਼ਹੀਦੀਆਂ ਦੇ ਕੇ ਇੱਕ ਕੌਮ ਦੀ ਸਾਜਨਾ ਕੀਤੀ ਹੈ ਔਰ ਸਾਨੂੰ ਇਸ ਚੀਜ਼ ਬਾਰੇ ਹੈਰਾਨੀ ਨਹੀਂ ਹੁੰਦੀ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ 62% 63% ਤੇ ਅਸੀਂ 1991 ਸੀਗੀ। ਹਰ ਰਿਲੀਜਨ, ਹਰ ਕਮਿਊਨਿਟੀ ਜਿਹੜੀ ਆ ਉਹ ਅੱਗੇ ਵਧੀ ਆ ਪਰਸੈਂਟੇਜ ਵਿੱਚ ਔਰ ਅਸੀਂ 62% ਤੋਂ 55% ਤੇ ਆ ਗਏ ਆ। 7% ਸਾਡੀ ਆਬਾਦੀ ਘਟ ਚੁੱਕੀ ਆ ਔਰ ਇਹ ਸਾਰੀ ਦੋਸਤੋ ਇਮੀਗ੍ਰੇਸ਼ਨ ਨਹੀਂ ਹੈ। ਇਹ ਇੱਕ ਆਨਸਰ ਦਿੱਤਾ ਜਾਂਦਾ ਆ ਤਾਂ ਕਿ ਅਸੀਂ ਉਹਨਾਂ ਫੈਕਟਸ, ਉਹਨਾਂ ਫਿਗਰਸ ਦੇ ਬਾਰੇ ਨਾ ਸਵਾਲ ਕਰ ਸਕੀਏ, ਇਹਨਾਂ ਚੀਜ਼ਾਂ ਬਾਰੇ ਨਾ ਪੁੱਛ ਸਕੀਏ। ਖਾਸ ਤੌਰ ਤੇ ਸਾਡਾ ਜਿਹੜਾ ਭਾਈਚਾਰਾ ਜਲੰਧਰ ਦੁਆਬੇ ਏਰੀਏ ਦਾ ਹੈ, ਉਹਨਾਂ ਸਾਰਿਆਂ ਨੂੰ ਪਤਾ ਕਿ ਉੱਥੇ ਕਿੰਨੀ ਗਿਣਤੀ 'ਚ ਜਿਹੜੇ ਆ ਚਰਚ ਬਣਾਉਣੇ, ਮਸਜਿਦ ਬਣਾਉਣੀ ਕੋਈ ਬੁਰੀ ਚੀਜ਼ ਨਹੀਂ ਹੈ, ਮਗਰ ਉਹ ਇੱਕ ਟਾਰਗੇਟਡ ਅਪਰੋਚ ਹੈ ਸਿੱਖੀ ਔਰ ਸਿੱਖ ਨੌਜਵਾਨਾਂ ਦੇ ਉੱਤੇ। ਕਿਉਂ? ਉਹ ਗਰੀਬ ਨੇ, ਅੱਜ ਉਹ ਨਸ਼ੇ ਦੀ ਮਾਰ ਹੇਠ ਨੇ, ਅੱਜ ਉਹਨਾਂ ਦੇ ਹਾਲਾਤ ਇਹੋ ਜਿਹੇ ਪੈਦਾ ਕਰਤੇ ਗਏ ਆ ਕਿ ਉਹਨਾਂ ਕੋਲ ਰੋਟੀ ਖਾਣ ਨੂੰ ਨਹੀਂ ਹੈਗੀ। ਉਹਨਾਂ ਦੇ ਬਜ਼ੁਰਗ ਕਰਜ਼ੇ ਥੱਲੇ ਨੇ, ਜ਼ਮੀਨਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਡਿੱਗ ਚੁੱਕੀਆਂ ਨੇ ਔਰ ਇੰਨੀ ਐਕਸਪਲੋਇਟੇਸ਼ਨ ਜਿਹੜੀ ਆ ਉਹਦੇ ਚੋਂ ਬਚਣ ਦਾ ਉਹਨਾਂ ਕੋਲ ਕੋਈ ਹੋਰ ਜ਼ਰੀਆ ਨਹੀਂ। ਸਿਰਫ ਇੱਕ ਹੀ ਜ਼ਰੀਆ ਆ ਕਿ ਉਹ ਉਸ ਪੈਸੇ ਵੱਲ ਦੌੜਨ ਜੋ ਉਹਨਾਂ ਨੂੰ ਲਾਲਚ ਲਈ ਦਿੱਤਾ ਜਾਂਦਾ ਆ ਔਰ ਆਪਣਾ ਧਰਮ ਛੱਡ ਕੇ ਉਹ ਕੋਈ ਹੋਰ ਧਰਮ ਜਿਹੜਾ ਆ ਉਹਨੂੰ ਅਪਣਾਉਣ ਜਿੱਥੇ ਉਹਨਾਂ ਨੂੰ ਫ੍ਰੀ ਦੀਆਂ ਚੀਜ਼ਾਂ ਮਿਲਦੀਆਂ ਨੇ। ਦੋਸਤੋ, ਇਹ ਮੇਰਾ ਮੁੱਦਾ ਅੱਜ ਸਿਰਫ ਜਾਣਕਾਰੀ ਦੇਣ ਲਈ ਹੈ, ਸਾਰਿਆਂ ਨੂੰ ਇਹ ਸੋਚਣ ਨੂੰ ਮਜਬੂਰ ਕਰਨ ਲਈ ਹੈ ਕਿ ਕੀ ਅਸੀਂ ਐਜ਼ ਸਿੱਖ ਕਮਿਊਨਿਟੀ, ਕਦੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਸੰਸਥਾਵਾਂ ਜਿਹੜੀਆਂ ਅੱਜ ਸਾਡੇ ਠੇਕੇਦਾਰ ਬਣ ਕੇ ਬੈਠੀਆਂ ਹੋਈਆਂ ਨੇ, ਅਸੀਂ ਉਹਨਾਂ ਨੂੰ ਕਦੀ ਸਵਾਲ ਕੀਤੇ ਆ? ਅਸੀਂ ਉਹ ਸਵਾਲ ਨਹੀਂ ਕੀਤੇ। ਕੀ ਅਸੀਂ ਇੰਨੀ ਜ਼ਰੂਰਤ ਵਿਖਾਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਦੀ ਅਸੀਂ ਉਹਨਾਂ ਦਾ ਬਜਟ ਪਬਲਿਕਲੀ ਕੀਤਾ ਹੋਏ? ਨਹੀਂ ਕੀਤਾ। ਕਰੋੜਾਂ ਰੁਪਇਆ ਇੱਕ ਸਰਕਾਰ ਜਿੰਨਾ ਬਜਟ ਇੱਕ ਗੁਰਦੁਆਰਿਆਂ ਦੀਆਂ ਸੰਸਥਾਵਾਂ ਉੱਥੇ ਲੈ ਕੇ ਬੈਠੀਆਂ ਹੋਈਆਂ ਨੇ ਔਰ ਅਗਰ ਉਹ ਕੇਵਲ ਫ੍ਰੀ ਐਜੂਕੇਸ਼ਨ ਔਰ ਇੱਕ ਟਾਈਮ ਦਾ ਰੋਟੀ, ਇੱਕ ਟਾਈਮ ਦਾ ਰਾਸ਼ਨ ਵੀ ਅਗਰ ਇਹਨਾਂ ਗਰੀਬ ਲੋਕਾਂ ਨੂੰ ਪ੍ਰੋਵਾਈਡ ਕਰ ਦੇਣ, ਇਹ ਲੋਕ, ਇਹ ਜਿਹੜੇ ਸਾਡੇ ਨੌਜਵਾਨ ਅੱਜ ਨਸ਼ਿਆਂ ਨਾਲ ਮਰ ਰਹੇ ਨੇ ਔਰ ਧਰਮ ਪਰਿਵਰਤਨ ਕਰ ਰਹੇ ਨੇ, ਇਹ ਰੁਕ ਸਕਦੇ ਆ। ਮਗਰ ਸਵਾਲ ਹੈ ਕਿ ਹੂ ਇਜ਼ ਗੋਇੰਗ ਟੂ ਬੈਲ ਦ ਕੈਟ? ਕਿਸੇ ਨੇ ਗੱਲ 'ਚ ਘੰਟੀ ਨਹੀਂ ਪਾਉਣੀ। ਇਸ ਮੁੱਦੇ ਨੂੰ ਚੁੱਕਣ ਦਾ ਸਿਰਫ ਇੱਕ ਹੀ ਕਾਰਨ ਸੀ ਕਿ ਹੋ ਸਕਦਾ ਅਸੀਂ ਇਹ ਸੋਚ ਵਿਚਾਰ, ਸਾਡੀ ਨਵੀਂ ਪੀੜ੍ਹੀ ਜਿਹੜੀ ਆ ਜੋ ਇੱਕ ਰੈਵੋਲੂਸ਼ਨਰੀ ਸੋਚ ਰੱਖਦੀ ਆ, ਉਹ ਇਹਨੂੰ ਸੁਣੇ, ਉਹ ਉਹਦੇ ਤੇ ਗੌਰ ਕਰੇ ਔਰ ਉਹਨਾਂ ਤਾਕਤਾਂ ਦੀ ਚਲਾਕੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੇ ਜਿਨ੍ਹਾਂ ਨੇ 1947 ਸਾਨੂੰ ਛੱਡ ਤੇ ਦਿੱਤਾ, ਮਗਰ ਉਹ ਅੱਜ ਵੀ ਬਹੁਤ ਸਾਰੇ ਹੋਰ ਤਰੀਕਿਆਂ ਨਾਲ ਸਾਨੂੰ ਜਿਹੜੀ ਆ ਸਾਡੀ ਕੌਮ ਨੂੰ ਗੁਲਾਮ ਬਣਾਉਣ ਦੇ ਵਿੱਚ ਕੋਸ਼ਿਸ਼ਾਂ ਪੂਰੀਆਂ ਜਾਰੀ ਨੇ। ਉਹਨਾਂ ਚੀਜ਼ਾਂ ਨੂੰ ਤੁਸੀਂ ਯਾਦ ਰੱਖੋ, ਉਹਨਾਂ ਚੀਜ਼ਾਂ ਨੂੰ ਵੇਖੋ ਔਰ ਆਪਣੇ ਜਿਹੜੇ ਨੁਮਾਇੰਦੇ ਨੇ ਉੱਥੇ, ਜਿਹੜੇ ਧਰਮ ਦੇ ਸਾਡੇ ਵਪਾਰੀ, ਧਰਮ ਦੇ ਸਾਡੇ ਠੇਕੇਦਾਰ, ਵੱਡੇ ਵੱਡੇ ਸਾਡੇ ਕਹਿਣ ਵਾਲੇ ਲੀਡਰ, ਉਹਨਾਂ ਨੂੰ ਸਵਾਲ ਕੀਤੇ ਜਾਣ ਕਿ ਕੀ ਉਹ ਸਾਡੇ ਨਾਲ, ਸਾਡੀ ਕੌਮ ਨਾਲ ਜਸਟਿਸ ਕਰ ਰਹੇ ਨੇ? ਕੀ ਉਹ ਜਿਹੜੀਆਂ ਸ਼ਹੀਦੀਆਂ ਦੇ ਕੇ ਅਸੀਂ ਇਹ ਕੌਮ ਜਿਹੜੀ ਆ ਖੜੀ ਕੀਤੀ ਹੈ, ਕੀ ਉਹਨੂੰ ਵਾਪਸ ਉਸੇ ਗੁਲਾਮੀ 'ਚ ਔਰ ਉਸੇ ਤਰ੍ਹਾਂ ਸਾਡੀ ਪਰਸੈਂਟੇਜ ਜਿਹੜੀ ਹੈ 62% ਤੋਂ 55% ਕਰਨ ਵਾਲੇ ਲੋਕ, ਉਹਨਾਂ ਨੂੰ ਕੁਐਸਚਨ ਕੀਤਾ ਜਾ ਸਕੇ।
ਤੁਸੀਂ ਸਟੂਡੀਓ ਦੇ ਵਿੱਚ ਮੇਰੇ ਨਾਲ ਲਾਈਵ ਜੁੜ ਸਕਦੇ ਹੋ। ਸਾਡੇ ਨਾਲ ਕਾਲਰ ਜੁੜ ਚੁੱਕੇ ਨੇ। ਸਟੂਡੀਓ ਦਾ ਨੰਬਰ ਹੈ 416 620 1778 416 620 1778 0841। ਤੁਸੀਂ ਰੇਡੀਓ ਜ਼ਿੰਦਾਬਾਦ ਤੇ ਔਨ 에ਅਰ ਹੋ, ਤੁਹਾਡਾ ਬਹੁਤ ਬਹੁਤ ਸਵਾਗਤ। ਹਾਂਜੀ 0841 ਕਾਲ, ਤੁਸੀਂ ਔਨ ਦਾ 에ਅਰ ਹੋ ਜੀ। ਹੈਲੋ ਤੁਹਾਡੀ ਸ਼ਾਇਦ ਆਵਾਜ਼ ਜਿਹੜੀ ਆ ਬਹੁਤ ਘੱਟ ਆ ਰਹੀ ਹੈ। ਤੁਸੀਂ ਜੇ ਹੋ ਸਕਦਾ ਤੇ ਤੁਸੀਂ ਡਿਸਕਨੈਕਟ ਕਰਕੇ ਤੇ ਤੁਸੀਂ ਦੁਬਾਰਾ ਕਾਲ ਕਰ ਲਓ। ਸਟੂਡੀਓ ਦਾ ਨੰਬਰ ਹੈਗਾ 416 620 1778। ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕੀਤੀ ਆ। ਦੋਸਤੋ ਸਵਾਲ ਇਸੇ ਤਰ੍ਹਾਂ ਜਾਰੀ ਰਹਿਣਗੇ, ਮਗਰ ਸਾਨੂੰ ਇਸ ਵੇਲੇ ਲੋੜ ਆ ਆਪਣੀ ਆਵਾਜ਼ ਚੁੱਕਣ ਦੀ। ਸਾਨੂੰ ਲੋੜ ਆ ਇਹ ਚੀਜ਼ਾਂ ਬਾਰੇ ਗੌਰ ਕਰਨ ਦੀ ਕਿ ਸਾਡੇ ਨਾਲ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਨਾਲ ਕੀ ਹੋ ਰਿਹਾ ਔਰ ਕਿਉਂ ਅਸੀਂ ਸਾਡੇ ਨੌਜਵਾਨ ਜਿਹੜੇ ਆ ਅੱਜ ਉਹ ਆਪਣਾ ਧਰਮ ਛੱਡ ਕੇ ਦੂਸਰੇ ਧਰਮ ਵੱਲ ਜਾ ਰਹੇ ਨੇ। ਧਰਮ ਕੋਈ ਵੀ ਅਪਣਾਇਆ ਜਾ ਸਕਦਾ ਆ, ਮਗਰ ਜੇ ਉਹਦੀ ਕਨਵਰਸ਼ਨ ਮਜਬੂਰੀ ਹੈ, ਉਹਦੀ ਅਗਰ ਬਦਲਣ ਦਾ ਰੀਜ਼ਨ ਇੱਕ ਮਜਬੂਰੀ ਹੈ, ਗਰੀਬੀ ਹੈ, ਔਰ ਇਸ ਕਰਕੇ ਆ ਕਿਉਂਕਿ ਅਸੀਂ ਕਿਤੇ ਨਾ ਕਿਤੇ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਫੇਲ ਹੋ ਰਹੀਆਂ ਨੇ। ਕਿਤੇ ਨਾ ਕਿਤੇ ਉਹ ਲੋਕਾਂ ਨੂੰ ਆਪਣੇ ਜੋ ਵੀ ਰੋਜ਼ਗਾਰ, ਜੋ ਵੀ ਉਹਨਾਂ ਦੀ ਸਪੋਰਟ ਕਰਨ ਵਿੱਚ, ਉਦੋਂ ਸਾਨੂੰ ਜ਼ਰੂਰ ਇਹ ਸਵਾਲ ਕਰਨੇ ਚਾਹੀਦੇ ਆ। ਅਦਰਵਾਈਜ਼ ਸਾਡੀ ਜਿਹੜੀ ਪਰਸੈਂਟੇਜ ਆ ਉਹ ਘਟਦੀ ਜਾਏਗੀ। ਅਸੀਂ ਬੇਸ਼ੱਕ ਬਾਹਰਲੇ ਦੇਸ਼ਾਂ ਜਾ ਕੇ ਆਪਣਾ ਪਰਿਵਾਰ, ਆਪਣੀ ਰੋਟੀ ਜ਼ਰੂਰ ਚਲਾ ਲਾਂਗੇ, ਮਗਰ ਜਦੋਂ ਕਦੀ ਅੱਜ ਤੋਂ 10 ਸਾਲ ਬਾਅਦ, 20 ਸਾਲ ਬਾਅਦ ਸਾਡੀ ਪਰਸੈਂਟੇਜ ਹੋਰ ਘਟੀ ਔਰ ਸਾਡੇ ਨੌਜਵਾਨਾਂ ਨੇ ਸਾਨੂੰ ਇਹ ਸਵਾਲ ਕੀਤਾ, ਉਦੋਂ ਸ਼ਾਇਦ ਅਸੀਂ ਇਸ ਚੀਜ਼ ਦਾ ਪਛਤਾਵਾ ਕਰੀਏ। ਹਮੇਸ਼ਾ ਹੀ ਆਪਣਾ ਸਵਾਰਥ, ਆਪਣੇ ਸਵਾਰਥ ਦੇ ਚੱਕਰ ਦੇ ਵਿੱਚ ਕੌਮਾਂ ਬਰਬਾਦ ਹੁੰਦੀਆਂ ਰਹੀਆਂ ਨੇ, ਕਲਚਰ ਬਰਬਾਦ ਹੁੰਦੀ ਰਹੀ ਹੈ। ਇਸ ਕਰਕੇ ਅੱਜ ਇਸ ਚੀਜ਼ ਦਾ ਮੁੱਦਾ ਹੈ ਕਿ ਕੀ ਸਾਡਾ ਪੰਜਾਬੀ ਸਿੱਖ ਨੌਜਵਾਨ ਕਿੰਨਾ ਹਾਲਾਤਾਂ ਵਿੱਚ ਪਹੁੰਚਾਇਆ ਗਿਆ ਔਰ ਉਹਨਾਂ ਹਾਲਾਤਾਂ ਕਰਕੇ ਉਹ ਕਿਉਂ ਆਪਣਾ ਧਰਮ ਛੱਡਣ ਨੂੰ ਮਜਬੂਰ ਹੈ। ਅੱਜ ਇਸ ਮੁੱਦੇ ਉੱਤੇ ਗੱਲ ਹੋ ਰਹੀ ਹੈ। ਤੁਸੀਂ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਹੋ। ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਫੇਸਬੁੱਕ ਤੇ ਕਮੈਂਟ ਰਾਹੀਂ ਵੀ ਦੇ ਸਕਦੇ ਹੋ ਔਰ ਇਸ ਚੀਜ਼ ਦੀ ਉਮੀਦ ਕੀਤੀ ਜਾਏਗੀ ਕਿ ਜੇ ਸਾਡੇ ਰੈਵੋਲੂਸ਼ਨਰੀ ਨੌਜਵਾਨ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋਣ, ਉਹ ਆਪਣੀ ਸੋਚ ਜਿਹੜੀ ਆ ਅੱਜ ਤੋਂ ਇਸ ਚੀਜ਼ ਬਾਰੇ ਲਾਉਣ ਕਿ ਕੀ ਅਸੀਂ ਇਸੇ ਤਰ੍ਹਾਂ ਅੱਖਾਂ ਮੀਟ ਕੇ, ਆਵਾਜ਼ ਬੰਦ ਕਰਕੇ ਆਪਣੇ ਧਰਮ ਦੇ ਠੇਕੇਦਾਰਾਂ ਨੂੰ, ਆਪਣੇ ਨੌਜਵਾਨਾਂ ਨੂੰ ਇਸੇ ਤਰ੍ਹਾਂ ਤਬਾਹ ਹੁੰਦੇ ਵੇਖੀ ਜਾਵਾਂਗੇ, ਜਾਂ ਅਸੀਂ ਕੁਛ ਨਾ ਕੁਛ ਆਪਣੇ ਲਈ, ਆਪਣੇ ਆਉਣ ਵਾਲੀ ਪੀੜ੍ਹੀ ਲਈ ਔਰ ਆਪਣੇ ਪੰਜਾਬ ਲਈ ਅਸੀਂ ਕੋਈ ਕਦਮ ਚੁੱਕਾਂਗੇ। ਸਾਡੇ ਨਾਲ ਕਾਲਰ ਜਿਹੜੇ ਆ ਹੋਰ ਵੀ ਜੁੜ ਚੁੱਕੇ ਆ। ਜਗਰੂਪ ਜੀ, ਤੁਸੀਂ ਔਨ ਦਾ 에ਅਰ ਹੋ, ਤੁਸੀਂ ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾਡੇ ਆਪਣੇ ਵਿਚਾਰ ਇਸ ਮੁੱਦੇ ਤੇ ਪਲੀਜ਼ ਦਿਓ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜਗਰੂਪ ਜੀ, ਤੁਹਾਡੇ ਵਿਚਾਰ ਬਹੁਤ ਚੰਗੇ ਸੀਗੇ ਔਰ ਤੁਸੀਂ ਇਸ ਚੀਜ਼ ਦੀ ਸ਼ਲਾਘਾ ਕੀਤੀ ਹੈ ਕਿ ਸਾਨੂੰ ਨਿਧੜਕ ਹੋ ਕੇ ਇਸ ਮੁੱਦਿਆਂ ਬਾਰੇ ਗੱਲ ਕਰਨੀ ਪਏਗੀ ਔਰ ਅਸੀਂ ਬਿਲਕੁਲ, ਮੈਂ ਇਹ ਚੀਜ਼ ਨੂੰ ਬਲੀਵ ਕਰਦਾ ਕਿਉਂਕਿ ਅਸੀਂ ਬਹੁਤ ਵਾਰੀ ਇਸ ਚੀਜ਼ ਉੱਤੇ ਚੱਲਦੇ ਹਾਂ ਕਿ ਸਾਨੂੰ ਕੀ ਹੈ ਜਾਂ ਸਾਡਾ ਕੰਮ ਚੱਲ ਰਿਹਾ ਹੈ, ਸੋ ਅਸੀਂ ਕਿਉਂ ਬੋਲਣਾ ਹੈ। ਮਗਰ ਜੇ ਅਸੀਂ ਇਸੇ ਤਰ੍ਹਾਂ ਸੋਚਦੇ ਰਹੇ ਔਰ ਜੇ ਸੋਚਦੇ ਰਹਿੰਦੇ, ਸਾਡੀ ਪੀੜ੍ਹੀਆਂ ਸੋਚਦੀਆਂ ਰਹਿੰਦੀਆਂ, ਤੇ ਅਸੀਂ ਅੱਜ ਸ਼ਾਇਦ ਵਾਪਸ 1947 ਚ ਪਹਿਲਾਂ ਵਾਲੇ ਸਮੇਂ ਦੇ ਵਿੱਚ ਹੀ ਹੁੰਦੇ। ਅਸੀਂ ਆਜ਼ਾਦ ਨਹੀਂ ਹੁੰਦੇ, ਅਸੀਂ ਵੀ ਉਸੇ ਤਰ੍ਹਾਂ ਹੀ ਲਾਲਾ ਲਾਜਪਤ ਰਾਏ ਵਾਂਗ ਡੰਡੇ ਖਾ ਰਹੇ ਹੁੰਦੇ
ਔਰ ਇਨਸਾਨਾਂ ਵਾਂਗ ਸਾਨੂੰ ਟਰੀਟ ਨਹੀਂ ਕਰਦਾ। ਜਾਂ ਅੱਜ ਅਸੀਂ ਇਸ ਲੈਵਲ ਦੇ ਉੱਤੇ ਖੜੇ ਆ, ਉਹ ਕਿਸੇ ਨਾ ਕਿਸੇ ਆਵਾਜ਼ ਚੁੱਕੀ ਹੈ, ਕਿਸੇ ਨਾ ਕਿਸੇ ਨੇ ਆਵਾਜ਼ ਬੁਲੰਦ ਕੀਤੀ ਆ, ਔਰ ਸਾਡਾ ਇਹੀ ਮੋਟਿਵ ਹੈ, ਮੀਡੀਆ ਦੀ ਜ਼ਿੰਮੇਵਾਰੀ ਹੈ ਕਿ ਉਹ ਸਹੀ ਚੀਜ਼ ਔਰ ਮੁੱਦੇ ਜਿਹੜੇ ਆ ਉਹ ਸਾਰਿਆਂ ਸਾਹਮਣੇ ਲਿਆਏ। ਔਰ ਇਸੇ ਤਰ੍ਹਾਂ ਰੇਡੀਓ ਜ਼ਿੰਦਾਬਾਦ ਜਿਹੜਾ ਆ ਉਹ ਜ਼ਿੰਦਾ ਦਿਲੀ ਨਾਲ ਇਹ ਮੁੱਦੇ ਲਿਆਉਂਦਾ ਰਹੇਗਾ, ਔਰ ਇਸੇ ਤਰ੍ਹਾਂ ਨਿਰਤੜਕ ਹੋ ਕੇ ਐਸੇ ਮੁੱਦੇ ਚੁੱਕੇ ਜਾਣਗੇ ਜੋ ਸ਼ਾਇਦ ਬਹੁਤ ਘੱਟ ਚੁੱਕੇ ਜਾਂਦੇ ਨੇ। ਸਾਡੇ ਨਾਲ ਹੋਰ ਵੀ ਕਾਲਰ ਜੁੜ ਚੁੱਕੇ ਨੇ। ਹਰਭਜਨ ਜੀ, ਤੁਸੀਂ ਔਨ ਦਾ 에ਅਰ ਹੋ, ਤੁਸੀਂ ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਬਹੁਤ ਬਹੁਤ ਸਵਾਗਤ। ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ। ਜੀ ਥੈਂਕ ਯੂ ਜੀ ਹਰਭਜਨ ਜੀ, ਤੁਹਾਡੀ ਕਾਲ ਲਈ ਬਹੁਤ ਬਹੁਤ ਧੰਨਵਾਦ। ਔਰ ਤੁਸੀਂ ਬਹੁਤ ਵਧੀਆ ਪੁਆਇੰਟ ਦਿੱਤੇ ਆ ਕਿ ਵੇਖੋ ਸਿੱਖ ਕੌਮ ਜਿਹੜੀ ਆ ਉਹ ਬਣੀ ਇਸ ਚੀਜ਼ ਦੇ ਉੱਤੇ ਆ ਕਿ ਜੇ ਕਿਤੇ ਜ਼ੁਲਮ ਹੋ ਰਿਹਾ, ਜੇ ਕਿਤੇ ਵੀ ਅਤਿਆਚਾਰ ਹੋ ਰਿਹਾ, ਕਿਸੇ ਨਾਲ ਵੀ ਹੋ ਰਿਹਾ ਦੁਨੀਆ ਦੇ ਵਿੱਚ, ਕਿਸੇ ਨਾਲ ਵੀ, ਚਾਹੇ ਉਹ ਖਾਸ ਤੌਰ ਤੇ ਨਿਮਾਣਿਆਂ ਦੇ ਨਾਲ, ਗਰੀਬਾਂ ਦੇ ਨਾਲ, ਤੇ ਉੱਥੇ ਉਹ ਆਵਾਜ਼ ਉਠਾਏ। ਓਕੇ, ਅੱਜ ਅਸੀਂ ਜੇ ਆਪਣੀ ਆਵਾਜ਼ ਜਿਹੜੀ ਆ, ਜੋ ਸਾਨੂੰ ਸਿਖਲਾਈ ਦਿੱਤੀ ਆ, ਉਹ ਜਿਹੜੀ ਆ ਅਸੀਂ ਉਸ ਤਰ੍ਹਾਂ ਆਵਾਜ਼ ਨਹੀਂ ਉਠਾਉਂਦੇ ਤਾਂ ਅਸੀਂ ਐਕਚੁਅਲੀ ਸਿੱਖੀ ਅਸੂਲਾਂ ਦੇ ਅਗੇਂਸਟ ਹੈਗੇ ਆ। ਔਰ ਸਾਨੂੰ ਜ਼ੁਲਮ ਜੋ ਹੋ ਰਿਹਾ ਜਾਂ ਜੋ ਵੀ ਗਲਤ ਚੀਜ਼ ਹੋ ਰਹੀ ਆ ਉਹਦੇ ਅਗੇਂਸਟ ਆਵਾਜ਼ ਉਠਾਉਣੀ ਚਾਹੀਦੀ ਆ, ਔਰ ਨਿਤੜਕ ਹੋ ਕੇ ਉਹਨੂੰ ਫੇਸ ਵੀ ਕਰਨਾ ਚਾਹੀਦਾ। ਸੋ ਇਹ ਮੁੱਦਾ ਆ, ਇਸੇ ਕਾਰਨ ਇਹ ਅੱਜ ਦਾ ਮੁੱਦਾ ਸਿਲੈਕਟ ਕੀਤਾ ਗਿਆ। ਜੈਰਤ ਜੀ, ਤੁਸੀਂ ਰੇਡੀਓ ਜ਼ਿੰਦਾਬਾਦ ਤੇ ਕਾਲ ਕੀਤੀ ਆ, ਤੁਹਾਡਾ ਬਹੁਤ ਬਹੁਤ ਸਵਾਗਤ। ਜੀ ਆਇਆਂ ਨੂੰ। ਸ਼ਾਇਦ ਤੁਹਾਡੀ ਜਿਹੜੀ ਹੈ ਕਾਲ ਕੱਟ ਗਈ ਹੈ। ਤੁਸੀਂ 4166201778 ਤੇ ਕਾਲ ਕਰਕੇ ਸਟੂਡੀਓ ਦੇ ਵਿੱਚ ਲਾਈਵ ਸਾਡੇ ਨਾਲ ਜੁੜ ਸਕਦੇ ਹੋ। ਅਸੀਂ ਇਸ ਮੁੱਦੇ ਉੱਤੇ ਜਿਹੜੀ ਆ ਹੋਰ ਜਿਹੜੀ ਇਹ ਗੱਲ ਕਰ ਰਹੇ ਹਾਂ, ਸਾਨੂੰ ਮੈਸੇਜ ਵੀ ਕਰ ਰਹੇ ਨੇ ਬਹੁਤ ਸਾਰੇ ਕਾਲਰਸ। ਰਿਸ਼ਪਾਲ ਗਿੱਲ ਜੀ, ਤੁਸੀਂ ਕਿ ਕਾਲਰਸ ਦੀ ਜਿਹੜੀ ਆਵਾਜ਼ ਨਹੀਂ ਸੁਣ ਰਹੀ, ਮੈਂ ਵੀ ਕੋਈ ਟੈਕਨੀਕਲ ਇਸ਼ੂ ਹੈਗਾ, ਮਗਰ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਔਰ ਇਹ ਸਾਡੇ ਲਈ ਰੇਡੀਓ ਜ਼ਿੰਦਾਬਾਦ ਲਈ ਬਹੁਤ ਇੱਕ ਸ਼ਲਾਘਾ ਹੈ, ਉਹਦੇ ਲਈ ਸਾਡੇ ਲਈ ਬਹੁਤ ਹੌਸਲਾ ਅਫਜ਼ਾਈ ਹੈ ਕਿ ਇਹ ਪ੍ਰੋਗਰਾਮ ਜਿਹੜਾ ਆ ਦੁਨੀਆ ਦੇ ਵਿੱਚ ਬਹੁਤ ਥਾਵਾਂ ਦੇ ਬਹੁਤ ਲੋਕ ਜਿਹੜੇ ਆ ਸੁਣ ਰਹੇ ਨੇ। ਔਰ ਹੋ ਸਕਦਾ, ਉਮੀਦ ਹੈ ਕਿ ਜੋ ਅੱਜ ਦਾ ਮੁੱਦਾ ਹੈ ਉਹ ਅਸੀਂ ਸੋਚਾਂਗੇ, ਉਹਦੇ ਬਾਰੇ ਵਿਚਾਰ ਕਰਾਂਗੇ ਔਰ ਉਹਦੇ ਉੱਤੇ ਆਵਾਜ਼ ਉਠਾਵਾਂਗੇ, ਤਾਂ ਕਿ ਸਾਡੀ ਸਿੱਖ ਕੌਮ ਜਿਹੜੀ ਆ ਉਹ ਜਿਵੇਂ 62% ਤੋਂ 55% ਤੇ ਆ ਗਈ ਹੈ, ਕੱਲ ਨੂੰ ਉਹ 40% ਤੇ ਨਾ ਪਹੁੰਚ ਜਾਏ। ਔਰ ਅਸੀਂ ਸ਼ਾਇਦ ਇਹੋ ਸੋਚਦੇ ਰਹੀਏ ਕਿ ਇਹ ਇਮੀਗ੍ਰੇਸ਼ਨ ਕਰਕੇ ਇਹਦਾ ਕਾਰਨ ਹੈ, ਮਗਰ ਕਾਰਨ ਇਹਦਾ ਹੋਰ ਵੀ ਹੈ, ਔਰ ਉਹ ਹੈ ਸਾਡੇ ਜਵਾਨ ਪੰਜਾਬੀ ਨੌਜਵਾਨ, ਸਿੱਖ ਨੌਜਵਾਨ ਜਿਹੜੇ ਆ ਜਿਸ ਹਾਲਾਤਾਂ ਵਿੱਚ ਸਰਕਾਰਾਂ ਪਹੁੰਚਾ ਰਹੀਆਂ ਨੇ, ਸਾਡੀਆਂ ਸੰਸਥਾਵਾਂ ਪਹੁੰਚਾ ਰਹੀਆਂ ਨੇ, ਉਹਨਾਂ ਬਾਰੇ ਆਵਾਜ਼ ਚੁੱਕਣੀ। ਇਸ ਮੁੱਦੇ ਉੱਤੇ ਇੱਕ ਸਵਾਲ ਕਰਦਿਆਂ ਹੋਇਆਂ, ਠੀਕ ਹੈ, ਅਸੀਂ ਇੱਕ ਬ੍ਰੇਕ ਵੱਲ ਵਧਾਂਗੇ। ਉਹ ਲਾਸਟ ਸਵਾਲ ਇਹ ਹੈ
ਕਿ ਸਾਡੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਸ ਕੌਮ ਦੇ ਵਿੱਚ ਵਿਤਕਰੇ, ਇਸ ਕੌਮ ਦੀਆਂ ਡਿਵੀਜ਼ਨ ਜਿਹੜੀਆਂ ਨੇ ਹੋਈਆਂ, ਚਾਹੇ ਇਹਦੇ 'ਚੋਂ ਕੋਈ ਨਿਰੰਕਾਰੀ, ਚਾਹੇ ਉਹ ਕਈ ਔਰ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਸੈਗਮੈਂਟ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਨਾ ਮੰਨਣ ਵਿੱਚ ਕਾਮਯਾਬ ਰਹੇ ਆ, ਔਰ ਸਾਨੂੰ ਉਹਦੀਆਂ ਡਿਵੀਜ਼ਨਸ ਜਿਹੜੀਆਂ ਅੱਜ ਉਹਨਾਂ ਦਾ ਡੇਰਾਵਾਦ ਜਿਹੜਾ ਉਹਦਾ ਭੁਗਤਾਨ ਕਰਨਾ ਪੈ ਰਿਹਾ। ਡੇਰਾਵਾਦ ਇੰਨਾ ਸਟਰੋਂਗ ਹੋ ਚੁੱਕਿਆ ਹੈ ਕਿ ਸਾਰੇ ਲੀਡਰ ਸਾਡੇ ਉੱਥੇ ਮੱਥਾ ਟੇਕਦੇ ਨੇ, ਵੋਟ ਬੈਂਕ ਹੈ ਉਹਨਾਂ ਦਾ, ਔਰ ਉਹਨੂੰ ਪ੍ਰਮੋਟ ਕੀਤਾ ਜਾਂਦਾ ਹੈ। ਇਸ ਚੀਜ਼ ਬਾਰੇ ਇਹ ਇੱਕ ਨਵਾਂ ਜੋ ਹੁਣ ਸਮੱਸਿਆ ਸ਼ੁਰੂ ਹੋ ਰਹੀ ਹੈ, ਉਹਦੇ ਵਿੱਚ ਕਮ ਸੇ ਕਮ ਧਰਮ ਪਰਿਵਰਤਨ ਨਹੀਂ ਸੀ ਹੈਗਾ, ਵਿਚਾਰ ਪਰਿਵਰਤਨ ਸੀਗੇ। ਹੁਣ ਐਸੀ ਸਿਚੁਏਸ਼ਨ ਆ ਚੁੱਕੀ ਹੈ ਕਿ ਜਿਹਦੇ ਨਾਲ ਗਰੀਬੀ ਕਾਰਨ ਸਾਡਾ ਧਰਮ ਵੀ ਜਿਹੜਾ ਆ ਉਹ ਵੀ ਪਰਿਵਰਤਨ ਕੀਤਾ ਜਾ ਰਿਹਾ। ਅਸੀਂ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਹੈਗੇ, ਮਗਰ ਜੇ ਸਾਡੀਆਂ ਆਪ ਦੀਆਂ ਸੰਸਥਾਵਾਂ, ਸਾਡੀਆਂ ਆਪ ਦੀਆਂ ਸਰਕਾਰਾਂ ਜਿਹੜੀਆਂ ਨੇ ਉਹੀ ਸਾਡੇ ਸਿੱਖ ਯੂਥ ਨੂੰ ਬਚਾ ਕੇ ਰਾਜ਼ੀ ਨਹੀਂ, ਉਹਨਾਂ ਨੂੰ ਬਚਾਉਣ ਵਿੱਚ ਅਸਮਰਥ ਨੇ, ਤੇ ਸਾਨੂੰ ਆਵਾਜ਼ ਚੁੱਕਣੀ ਪਏਗੀ। ਰੇਡੀਓ ਜ਼ਿੰਦਾਬਾਦ ਨੂੰ ਸਾਰੇ ਹੀ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਦੋਸਤੋ। ਇਸੇ ਉਮੀਦ ਦੇ ਨਾਲ ਕਿ ਅਸੀਂ ਇਸ ਮੁੱਦੇ ਬਾਰੇ ਗੱਲ ਕਰੀਏ, ਇਸ ਮੁੱਦੇ ਉੱਤੇ ਆਵਾਜ਼ ਚੁੱਕੀਏ, ਖਾਸ ਤੌਰ ਤੇ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਜਿਨ੍ਹਾਂ ਕੋਲ ਇੰਨਾ ਬਜਟ ਹੈ ਕਿ ਉਹ ਅੱਜ ਵੀ ਇਸ ਕਨਵਰਸ਼ਨਸ ਨੂੰ ਰੋਕ ਸਕਦੀਆਂ ਨੇ। ਉਹਨਾਂ ਨੌਜਵਾਨਾਂ ਨੂੰ, ਉਹਨਾਂ ਗਰੀਬਾਂ ਨੂੰ ਗਰੀਬੀ ਦੀ ਦਰ ਤੋਂ ਉੱਤੇ ਚੁੱਕ ਕੇ ਉਹਨਾਂ ਨੂੰ ਕੋਈ ਰੋਟੀ ਪਾਣੀ ਮੁਹੱਈਆ ਕਰਕੇ, ਉਹਨਾਂ ਨੂੰ ਪੜ੍ਹਾਈ, ਯੂਨੀਵਰਸਿਟੀ ਦੀਆਂ ਸਟੱਡੀਜ਼ ਮੁਹੱਈਆ ਕਰਕੇ ਉਹ ਅੱਜ ਵੀ ਸਾਡੀ ਸਿੱਖ ਕੌਮ ਨੂੰ ਬਚਾ ਸਕਦੇ ਨੇ। ਮੈਂ ਇਸ ਮੁੱਦੇ ਦੇ ਉੱਤੇ ਇੱਥੇ ਹੀ ਤੁਹਾਡੇ ਤੋਂ ਵਿਦਾ ਲੈਂਦਾ ਆ, ਔਰ ਇੱਕ ਛੋਟੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ। ਅਗਲਾ ਮੁੱਦਾ ਸਾਡਾ ਹੋਏਗਾ ਕਿ ਕੰਜ਼ਰਵੇਟਿਵ ਲੀਡਰਸ਼ਿਪ ਦੀ ਅੱਜ ਰਿਜ਼ਲਟਸ ਆਉਣੇ ਨੇ, ਉਹਦੀ ਲੜਾਈ, ਉਹਦੀਆਂ ਪੋਲਿੰਗ ਕੀ ਉਹ ਸਹੀ ਹੋਈ ਹੈ, ਕੀ ਇੱਥੇ ਵੀ ਇੰਡੀਆ ਟਾਈਪ ਪੋਲਿਟਿਕਸ ਆ ਗਈ ਹੈ, ਔਰ ਕੀ ਅਸੀਂ ਆਪ ਦੀ ਈਗੋ ਨੂੰ ਅੱਗੇ ਰੱਖ ਕੇ, ਨਾ ਕਿ ਪਾਰਟੀ ਦਾ ਫਾਇਦਾ ਕਿਹਦੇ 'ਚ ਆ ਔਰ ਦੇਸ਼ ਦਾ ਫਾਇਦਾ ਕਿਹਦੇ 'ਚ ਆ, ਉਹਨੂੰ ਛੱਡ ਕੇ ਅਸੀਂ ਆਪ ਦੀਆਂ ਧੜੇਬੰਦੀਆਂ ਉਹਨਾਂ ਨੂੰ ਸਪੋਰਟ ਕਰਕੇ ਅਸੀਂ ਲੀਡਰ ਅੱਗੇ ਚੁਣ ਰਹੇ ਹਾਂ। ਲੈਟਸ ਹੈਵ ਅ ਕਮਰਸ਼ੀਅਲ ਬ੍ਰੇਕ। ਬ੍ਰੇਕ ਦੇ ਬਾਅਦ ਫਿਰ ਸੁਣਦੇ ਰਹੋ ਰੇਡੀਓ ਜ਼ਿੰਦਾਬਾਦ। राखी करना बांट दिया, लोड भी हैगी, चंगा एजेंट, बढ़िया सर्विस, the best rates, up to 80% discounts on car insurance, Galaki, auto, home, life, trucking fleets and non-fleets, disability, group benefits, किदा दी भी coverage लवो, Armor चेते रखो, Armor Insurance is partners with leading Canadian insurance companies, 24/7 online quotes, 2-3 मिनटा में चलवो, Armor Insurance Brokers, 9054525127, 905 452 5127। ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 ਮੀਟਰ ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ ਕੋਵਿਡ-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ, ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ontario ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ। ਪੰਜਾਬ ਕੋਲ ਹੁਣ ਦਿੱਲੀ ਨਹੀਂ, ਫਰਿਆਦਾਂ ਰਹਿ ਗਈਆਂ ਨੇ।
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਵਾਪਸ ਜੀ ਆਇਆਂ। ਔਰ ਹੁਣ ਅਸੀਂ ਵਧਦੇ ਹਾਂ ਅਗਲੇ ਮੁੱਦੇ ਵੱਲ। ਅਗਲਾ ਮੁੱਦਾ ਹੈ ਸਾਡਾ ਲੋਕਲ ਕੈਨੇਡਾ ਦਾ, ਔਰ ਖਾਸ ਤੌਰ ਤੇ ਕੰਜ਼ਰਵੇਟਿਵ ਪਾਰਟੀ ਦੇ ਨਾਲ ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹਨਾਂ ਦੇ ਨਾਲ। ਔਰ ਖਾਸ ਹੁਣ ਜਿਵੇਂ ਸਿਚੁਏਸ਼ਨ ਬਣੀ ਹੋਈ ਹੈ ਕਿ ਚਾਂਸਸ ਨੇ ਕਿ ਸ਼ਾਇਦ ਅਕਤੂਬਰ ਦੇ ਵਿੱਚ ਇਲੈਕਸ਼ਨਸ ਹੋਣ, ਔਰ ਇਹ ਅੱਜ ਦਾ ਜੋ ਫੈਸਲਾ ਹੋਏਗਾ ਉਹਦਾ ਉਹਨਾਂ ਇਲੈਕਸ਼ਨ ਦੇ ਉੱਤੇ ਕੀ ਅਸਰ ਹੋਏਗਾ। ਹਾਂ, ਗੱਲ ਕਰਦੇ ਹਾਂ ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਦੀ ਰੇਸ। ਉਹਦੇ ਵਿੱਚ ਮੇਨ 4 ਖਿਡਾਰੀ, ਔਰ ਉਹਨਾਂ ਦਾ ਅੱਜ ਜਿਹੜਾ ਫਿਊਚਰ ਹੈ ਉਹ ਡਿਸਾਈਡ ਹੋਏਗਾ। ਕੰਜ਼ਰਵੇਟਿਵ ਪਾਰਟੀ ਨੂੰ ਅੱਜ ਉਹਨਾਂ ਦਾ ਲੀਡਰ ਮਿਲੇਗਾ। ਸਾਰੇ ਹੀ ਸੁਣਨ ਵਾਲਿਆਂ ਦੀ ਜਾਣਕਾਰੀ ਲਈ ਦੱਸ ਦਈਏ ਦੋਸਤੋ, 338 ਕੈਨੇਡਾ ਦੀਆਂ ਰਾਈਡਿੰਗਸ ਵਿੱਚ ਇਹ ਜਿਹੜੀਆਂ ਨੇ ਇਹਨਾਂ ਦੀ ਬੈਲਟ ਪੋਲਿੰਗ ਜਿਹੜੀ ਉਹ ਕਰਵਾਈ ਗਈ। 4 ਮੇਨ ਇਹਦੇ ਵਿੱਚ ਲੀਡਰ ਸੀਗੇ ਜਿਨ੍ਹਾਂ ਦਾ ਪੀਟਰ ਮੈਕੇ, ਐਰਨ ਟੋਲੇ, ਸਲੋਨ ਐਂਡ ਲਿਵਿਸ। Lewis is she's a black Canadian woman, ਔਰ ਉਹੀ ਇੱਕ 4 ਜਿਹੜੇ ਲੀਡਰ ਜਿਨ੍ਹਾਂ ਨੇ ਆਪਣੇ ਨਾਂ ਅੱਗੇ ਦਿੱਤੇ ਆ ਉਹਨਾਂ 'ਚ ਇੱਕ ਲੇਡੀਜ਼ ਨੇ, ਔਰ she belongs to a color, a minority. Okay, ਸੋ ਇਹ ਇਹਦੀ ਬੈਕਗਰਾਊਂਡ ਆ। ਔਰ ਜਿਹੜੇ ਮੇਨ ਇਸ ਵੇਲੇ ਰੇਸ ਵਿੱਚ ਜੋ 2 ਮੇਨ ਲੀਡਰ ਨੇ ਜਿਨ੍ਹਾਂ ਦੀ ਬਿਲਕੁਲ ਮੋਢੇ ਨਾਲ ਮੋਢੇ ਲਾ ਕੇ ਉਹਨਾਂ ਦੀ ਉਹ ਟੱਕਰ ਹੈ, ਬਹੁਤ ਸਾਨਾਂ ਦੇ ਭੇਡ ਵਾਲੀ ਟੱਕਰ ਐਕਚੁਅਲੀ ਹੈ। ਔਰ ਜੇ ਕੋਈ ਜਿੱਤਦਾ ਵੀ ਹੈ ਤੇ ਉਹ ਜਿੱਤੇਗਾ 51-49 1 ਜਾਂ 2% ਉੱਤੇ। ਔਰ ਬਹੁਤ ਟਾਈਟ ਜਿਹੜੀ ਰੇਸ ਆ। ਅੱਜ ਸ਼ਾਮੀ 6 ਤੋਂ 7 ਟੋਰਾਂਟੋ ਟਾਈਮ ਦੇ ਨਾਲ ਉਹ ਰਿਜ਼ਲਟਸ ਜਿਹੜੇ ਆ ਡਿਕਲੇਅਰ ਹੋ ਜਾਣੇ ਆ। ਦੋਸਤੋ, ਗੱਲ ਇਹਦੇ 'ਚ ਇਹ ਹੈ ਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਹੁਣ ਤੱਕ ਦੀ ਹਿਸਟਰੀ ਵਿੱਚ ਜਿਹੜੀ ਪਾਰਟੀ ਲੀਡਰਸ਼ਿਪ ਦੀ ਆ ਉਹ ਬੈਲਟਸ ਪਈਆਂ ਨੇ, ਔਰ 2 ਮੇਨ ਧੜੇ ਇਹਦੇ ਵਿੱਚ ਉੱਭਰ ਕੇ ਆਏ ਨੇ। ਇੱਕ ਹੈਗਾ ਪੀਟਰ ਮੈਕੇ ਦਾ, ਔਰ ਦੂਸਰਾ ਹੈ ਐਰਨ ਟੋਲੇ। ਐਰਨ ਟੋਲੇ ਜਿਹੜੇ ਆ ਉਹ ਕੈਨੇਡੀਅਨ ਮਿਲਟਰੀ ਦੇ ਆਫੀਸਰ ਵੀ ਰਹੇ ਨੇ, ਔਰ ਪੀਟਰ ਮੈਕੇ ਸਾਹਿਬ ਪਹਿਲਾਂ ਹਾਰਪਰ ਸਾਹਿਬ ਦੀ ਮਿਨਿਸਟਰੀ ਵਿੱਚ ਮਿਨਿਸਟਰ ਵੀ ਰਹੇ ਨੇ। ਐਰਨ ਟੋਲੇ ਓਨਟਾਰੀਓ ਦੇ ਰਹਿਣ ਵਾਲੇ ਨੇ, ਔਰ ਪੀਟਰ ਮੈਕੇ ਨੋਵਾ ਸਕੋਸ਼ੀਆ ਦੇ ਰਹਿਣ ਵਾਲੇ ਨੇ। ਮਗਰ ਜਿਵੇਂ ontario, ਅਲਬਰਟਾ ਔਰ ਕਿਊਬੈਕ ਇਹ 3 ਮੇਨ ਸਟੇਟਸ ਜਿਹੜੀਆਂ ਨੇ ਇਹਨਾਂ ਦੀ ਲੀਡਰਸ਼ਿਪ ਵਿੱਚ ਮੇਜਰ ਰੋਲ ਅਦਾ ਕਰ ਰਹੀਆਂ ਨੇ। ਇਸੇ ਤਰ੍ਹਾਂ ਸਾਨੂੰ ਇਹ ਵੇਖਣ ਦੀ ਲੋੜ ਹੈ ਕਿ ਅੱਜ ਇਸ ਚੀਜ਼ ਉੱਤੇ ਵਿਚਾਰ ਕੀਤੀ ਜਾਏਗੀ ਕਿ ਕੀ ਇਹ ਲੀਡਰਸ਼ਿਪ ਰੇਸ ਜਿਹੜੀ ਆ ਕੀ ਇਹ ਫੇਅਰ ਹੈ, ਕੀ ਇਹ ਲੀਡਰਸ਼ਿਪ ਦੇ ਵਿੱਚ ਅਸੀਂ ਇੰਡੀਆ ਵਾਲੀ ਪੋਲਿਟਿਕਸ ਜਿਹੜੀ ਆ ਉਹਦਾ ਨਜ਼ਾਰਾ ਵੇਖਣ ਨੂੰ ਮਿਲਦਾ। ਕੀ ਸਾਨੂੰ ਲੀਡਰ ਉਹਦੀ ਕਾਬਲੀਅਤ ਔਰ ਪਾਰਟੀ ਲਈ ਉਹ ਕਿਹੜਾ ਲੀਡਰ ਜਿਹੜਾ ਉਹ ਚੰਗਾ ਕਰੇਗਾ ਉਹਦੇ ਮੁਤਾਬਕ ਸਾਨੂੰ ਵੋਟ ਪਾਉਣੀ ਚਾਹੀਦੀ ਹੈ, ਜਾਂ ਇਸ ਮੁਤਾਬਕ ਪਾਉਣੀ ਚਾਹੀਦੀ ਹੈ ਕਿ ਜੇ ਸਾਡਾ ਇੱਕ ਭਾਈਚਾਰਾ ਇੱਕ ਲੀਡਰ ਪਿੱਛੇ ਲੱਗ ਗਿਆ ਤਾਂ ਸਾਰਿਆਂ ਨੇ ਉਧਰ ਨੂੰ ਚੱਲਣਾ ਹੈ, ਜਾਂ ਤੁਸੀਂ ਆਪਣੀ ਜਿਹੜੀ ਵੋਟ ਆ ਉਹਨੂੰ ਸੋਚ ਕੇ ਸਮਝ ਕੇ ਲੀਡਰ ਬਾਰੇ ਜਾਣਕਾਰੀ ਰੱਖ ਕੇ ਉਹਦੀ ਕਾਬਲੀਅਤ ਬਾਰੇ ਜਾਣਕਾਰੀ ਰੱਖ ਕੇ ਉਹਦੀ ਪਰਸਨੈਲਿਟੀ ਬਾਰੇ ਜਾਣਕਾਰੀ ਰੱਖ ਕੇ ਵੋਟ ਪਾਉਣੀ ਹੈ। ਅਫਸੋਸ ਇਹ ਹੈ ਕਿ ਜਦੋਂ ਤੁਸੀਂ ਇਹ ਪੋਲਿੰਗ ਵੇਖਦੇ ਹੋ ਔਰ ਇੱਥੋਂ ਤੱਕ ਵੀ ਸੁਣਦੇ ਹੋ ਕਿ ਇਹਨਾਂ ਬਹੁਤ ਸਾਰੇ ਲੋਕ ਜ਼ਿੰਮੇਵਾਰ ਲੋਕ ਉਹ ਇੱਕ ਆਮ ਸ਼ਹਿਰੀ ਨੂੰ ਜਿਨ੍ਹਾਂ ਕੋਲ ਬੈਲਟ ਆਇਆ ਹੈ ਜਾਂ ਮੈਂਬਰ ਹੈ ਕੰਜ਼ਰਵੇਟਿਵ ਦਾ, ਉਹਨਾਂ ਨੂੰ ਇਹ ਕਹਿ ਦਿੰਦੇ ਆ ਓਕੇ ਜੀ ਤੁਸੀਂ ਆਪਣਾ ਵੋਟ ਪਾ ਕੇ ਸਾਨੂੰ ਦੇ ਦਿਓ। ਕੀ ਇਹ ਇੰਡੀਆ ਵਾਲੀ ਵਾਪਸ ਪੋਲਿਟਿਕਸ ਆ ਰਹੀ ਹੈ? ਕੀ ਅਸੀਂ ਉਹਨਾਂ ਚੀਜ਼ਾਂ ਵੱਲ ਵਾਪਸ ਜਾ ਰਹੇ ਹਾਂ ਕਿ ਜਿੱਥੇ ਅਸੀਂ ਮੁੱਦੇ ਭੁੱਲ ਕੇ ਲੀਡਰ ਦੀ ਕੁਆਲਿਟੀ ਭੁੱਲ ਕੇ ਅਸੀਂ ਸਿਰਫ ਕਿਉਂਕਿ ਕੁਝ ਮੋਤਬਰ ਲੋਕ ਇੱਕ ਲੀਡਰ ਪਿੱਛੇ ਲੱਗ ਗਏ ਨੇ, ਸੋ ਅਸੀਂ ਸਾਰਿਆਂ ਨੂੰ ਇਹ ਫੋਰਸ ਕਰਦੇ ਹਾਂ ਕਿ ਸਾਰੇ ਜਿਹੜੇ ਆ ਉਹ ਭੇਡ ਚਾਲ ਵਾਂਗ ਵਾਪਸ ਉਸੇ ਲੀਡਰ ਵੱਲ ਜਿਹੜੇ ਆ ਉਹ ਚੱਲ ਪੈਣ। ਕੀ ਅਸੀਂ ਕੈਨੇਡਾ ਵਰਗੇ ਦੇਸ਼ 'ਚ ਆ ਕੇ ਜਿੱਥੇ ਤੁਹਾਨੂੰ ਇੱਕ ਫੇਅਰ ਸਿਸਟਮ, ਜਿੱਥੇ ਇੱਕ ਪੋਲੀਟੀਕਲ ਸਿਸਟਮ ਫੇਅਰ ਹੈ, ਜਿੱਥੇ ਇੱਕ ਪੋਲੀਟੀਕਲ ਸਿਸਟਮ ਟਰਾਂਸਪੇਰੈਂਟ ਵੀ ਹੈ, ਉੱਥੇ ਆ ਕੇ ਵੀ ਕੀ ਇਹ ਚੀਜ਼ਾਂ ਕਰਨ ਦੀ ਲੋੜ ਹੈ? ਕੀ ਇਹ ਸਾਡੀ ਪਰਸਨਲ ਜਿੱਤ ਹੈ ਜਾਂ ਇੱਕ ਪਾਰਟੀ ਲਈ ਤੇ ਪਾਰਟੀ ਦਾ ਭਵਿੱਖ ਲਈ ਚੰਗੀ ਜਿੱਤ ਹੈ? 2017 ਵਿੱਚ ਵੀ ਅਸੀਂ ਇਹੋ ਰਿਪੀਟ ਕੀਤਾ। 2017 ਦੇ ਵਿੱਚ ਵੀ ਮੈਕਸਿਮ ਬਰਨੀ ਵਰਗੇ ਵਧੀਆ ਕੈਪੇਬਲ ਲੀਡਰ ਨੂੰ ਛੱਡ ਕੇ ਅਸੀਂ ਇੱਕ ਭੇਡ ਚਾਲ ਦੇ ਪਿੱਛੇ ਇੱਕ ਲੀਡਰ ਕੰਜ਼ਰਵੇਟਿਵ ਪਾਰਟੀ ਨੂੰ ਦਿੱਤਾ, ਔਰ ਉਹਨਾਂ ਨੇ ਕਿਵੇਂ ਕਾਰਗੁਜ਼ਾਰੀ ਕੀਤੀ ਹੈ। ਜਿੱਦੀ ਪਾਰਟੀ ਨੂੰ ਇੱਕ ਲੀਡਰ ਨੇ ਰਿਸਪੌਂਸਿਬਲ ਬਣੇ ਕਿ ਹਾਰ ਗਏ ਔਰ ਲਿਬਰਲ ਪਾਰਟੀ ਮਾਈਨੋਰਿਟੀ ਗਵਰਨਮੈਂਟ ਬਣਾ ਗਈ। ਕੀ ਅਸੀਂ ਵਾਪਸ ਐਜ਼ ਕੰਜ਼ਰਵੇਟਿਵ
ਵਾਪਸ ਅਸੀਂ ਉਸੇ ਤਰ੍ਹਾਂ ਆਪਣੀ ਡਿਵੀਜ਼ਨ ਦੇ ਕਾਰਨ ਕਿ ਅਸੀਂ ਅੱਧੀ ਲੋਕ ਜਿਹੜੇ ਆ ਇੱਕ ਲੀਡਰ ਨੂੰ ਵੋਟ ਪਾ ਰਹੇ ਆ, ਅੱਧੇ ਇੱਕ ਨੂੰ ਪਾ ਰਹੇ ਆ, ਕੀ ਇਹ ਪਾਰਟੀ ਲਈ ਚੰਗਾ ਹੈ? ਕਿ ਦੋ ਜਿਨ੍ਹਾਂ ਦੀ ਮੇਨ ਟੱਕਰ ਹੈ, ਦੋ ਐਸੇ ਲੀਡਰ, ਜੇ ਉਹਨਾਂ 'ਚੋਂ ਕੋਈ ਵੀ ਲੀਡਰ ਬਣਦਾ ਤਾਂ ਕੀ ਉਹ ਦੂਸਰੇ ਲੋਕਾਂ ਨੂੰ, ਦੂਸਰੇ ਸਪੋਰਟਰਸ ਨੂੰ, ਦੂਸਰੇ ਲੀਡਰ ਨੂੰ ਆਪਣੇ ਨਾਲ ਲਾ ਕੇ ਲਿਬਰਲ ਗਵਰਨਮੈਂਟ ਨੂੰ ਜਾਂ ਲਿਬਰਲ ਸਰਕਾਰ ਨੂੰ ਟੱਕਰ ਦੇ ਸਕਦਾ? ਕੀ ਅਸੀਂ 2017 ਦੀ ਜਿਹੜੀਆਂ ਗਲਤੀਆਂ ਨੇ ਉਹਦੇ ਵਿੱਚ ਅਸੀਂ ਕੋਈ ਚੀਜ਼ ਸਿੱਖੀ? ਤੁਸੀਂ ਆਪਣਾ ਵੋਟ ਦਾ ਅਧਿਕਾਰ ਆਪਣੀ ਮਰਜ਼ੀ ਨਾਲ ਇਸਤੇਮਾਲ ਕਰ ਸਕਦੇ ਹੋ, ਮਗਰ ਜੇ ਇੱਕ ਲੀਡਰ ਦੀ ਜਾਣਕਾਰੀ ਬਿਨਾਂ, ਉਹਦੀ ਕਾਬਲੀਅਤ ਦੇ ਬਿਨਾਂ ਔਰ ਉਹਦੀ ਪਰਸਨੈਲਿਟੀ ਕੀ ਪਾਰਟੀ ਨੂੰ ਸੂਟ ਕਰੇਗੀ, ਕੀ ਉਹ ਪਾਰਟੀ ਲਈ ਚੰਗਾ ਹੈ, ਕੀ ਉਹ ਆਉਣ ਵਾਲੀ ਇਲੈਕਸ਼ਨ ਵਿੱਚ ਟੱਕਰ ਦੇ ਸਕਦਾ ਹੈ, ਜੇ ਉਸ ਵਿਚਾਰ ਸਾਡੇ ਦਿਮਾਗ 'ਚ ਨਹੀਂ ਨੇ ਔਰ ਸਿਰਫ ਇਸ ਕਰਕੇ ਕਿਉਂਕਿ ਸਾਨੂੰ ਕਿਸੇ ਨੇ ਕਿਹਾ ਔਰ ਉਹ ਭੇਡ ਚਾਲ ਕਰਕੇ ਅਸੀਂ ਵੋਟ ਪਾਉਣੀ ਹੈ, ਸੋ ਫਿਰ ਅਸੀਂ ਦੋਸਤੋ ਵਾਪਸ ਉਸੇ ਸਰਕਾਰਾਂ, ਉਹੋ ਜਿਹੀਆਂ ਸਰਕਾਰਾਂ ਬਣਾਵਾਂਗੇ, ਉਹੋ ਜਿਹੇ ਲੀਡਰ ਤਿਆਰ ਕਰਾਂਗੇ ਜਿਵੇਂ ਅਸੀਂ ਆਪਣੇ ਇੰਡੀਆ ਜਾਂ ਸਾਊਥ ਏਸ਼ੀਆ ਦੇ ਵਿੱਚ ਕਰਦੇ ਆਏ ਹਾਂ। ਸੋ ਜਿਵੇਂ ਦੇ ਲੀਡਰ ਅਸੀਂ ਤਿਆਰ ਕਰਾਂਗੇ ਉਹਨਾਂ ਲੀਡਰਸ ਨੇ ਵੀ ਉਸੇ ਤਰ੍ਹਾਂ ਦੀ ਪਰਫਾਰਮੈਂਸ ਦੇਣੀ ਹੈ। ਇਸ ਕਰਕੇ ਸਾਨੂੰ ਇਹ ਸੋਚ ਵਿਚਾਰ ਕਰਕੇ ਆਪਣੀ ਵੋਟ ਜਿਹੜੀ ਆ ਉਹ ਪਾਉਣੀ ਚਾਹੀਦੀ ਹੈ। ਦਿਨੋਂ ਦਿਨ ਜਿਉਂ ਕੋਈ ਵੀ ਪੋਲਿੰਗ ਹੁੰਦੀ ਹੈ ਸਾਨੂੰ ਉਹ ਚੀਜ਼ ਜਿਹੜੀ ਆ ਉਹ ਘੱਟ ਨਜ਼ਰ ਆਉਂਦੀ ਹੈ ਜਿੱਥੇ ਅਸੀਂ ਕਾਬਲੀਅਤ ਦੇ ਬੇਸ ਦੇ ਉੱਤੇ ਅਸੀਂ ਆਪਣਾ ਲੀਡਰ ਚੁਣਦੇ ਹਾਂ। ਜੇ ਕੰਜ਼ਰਵੇਟਿਵਸ ਦੇ ਵਿੱਚ ਇੰਨੇ ਸੈਗਮੈਂਟਸ ਨੇ ਜੇ ਉਹ ਸਾਰੇ ਇਕੱਠੇ ਹੋ ਕੇ ਇੱਕ ਪਾਰਟੀ ਦੇ ਨੂੰ ਧਿਆਨ 'ਚ ਰੱਖਦੇ ਆ, ਪਾਰਟੀ ਦੇ ਇੰਟਰਸਟ ਨੂੰ ਧਿਆਨ 'ਚ ਰੱਖਦੇ ਆ, ਆਪਣਾ ਲੀਡਰ ਨਹੀਂ ਚੁਣਦੇ ਤਾਂ ਵਾਪਸ ਉਸੇ ਤਰ੍ਹਾਂ ਦੀ ਗਲਤੀ ਕਰਨਗੇ ਜਿਵੇਂ 2017 ਦੇ ਵਿੱਚ ਲੀਡਰ ਦੀ ਰੇਸ ਵਿੱਚ ਕੰਜ਼ਰਵੇਟਿਵਸ ਨੇ ਗਲਤੀ ਕੀਤੀ। ਜੇ ਕੰਜ਼ਰਵੇਟਿਵ ਸਾਰੇ ਇਕੱਠੇ ਹੋ ਕੇ ਇੱਕ ਕੋਈ ਲੀਡਰ ਜਿਹੜਾ ਆ ਉਹਨੂੰ ਸਿਲੈਕਟ ਕਰਦੇ ਨੇ, ਉਹਨਾਂ ਨੂੰ ਚੁਣਦੇ ਨੇ ਔਰ ਸਾਰੇ ਇੱਕ ਪਾਰਟੀ ਲਈ ਮਿਹਨਤ ਕਰਦੇ ਨੇ, ਕੇਵਲ ਤਦ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹ ਇਸ ਲਾਇਕ ਬਣੇਗੀ ਕਿ ਉਹ ਇੱਕ ਸਟਰੋਂਗ ਆਪੋਜੀਸ਼ਨ ਔਰ ਸਟਰੋਂਗ ਕੰਟੈਂਡਰ ਬਣ ਸਕੇ ਇਲੈਕਸ਼ਨ ਵਾਸਤੇ। ਔਰ ਅਗਰ ਕੰਜ਼ਰਵੇਟਿਵ ਦੇ ਵਿੱਚ ਉਹ ਗੈਪ, ਉਹ ਪਾਰਟੀਸ਼ਨ, ਉਹ ਹਿੱਸੇ ਰਹੇ, ਅਲਬਰਟਾ ਦੇ ਸਪੋਰਟਰਸ, ਓਨਟਾਰੀਓ ਦੇ ਸਪੋਰਟਰਸ ਔਰ ਇਹ ਸਾਰੇ ਜਿਹੜੇ ਆ ਜਿਹਨੂੰ ਲੀਡਰਾਂ ਦੇ ਪਿੱਛੇ ਲੱਗ ਕੇ ਜੋ ਪਾਰਟੀਸ਼ਨ ਅੱਗੇ ਬਣੀ ਹੋਈ ਹੈ, ਜੋ ਸਾਡੇ ਧੜੇ ਬਣ ਚੁੱਕੇ ਆ, ਜੇ ਉਹ ਇਸੇ ਤਰ੍ਹਾਂ ਰਹੇ ਤੇ ਮੈਨੂੰ ਇਸ ਗੱਲ ਕਹਿਣ ਵਿੱਚ ਕੋਈ ਹਿਚਕਿਚਾਹਟ ਨਹੀਂ ਹੈਗੀ ਕਿ ਦੁਬਾਰਾ ਲਿਬਰਲ ਗਵਰਨਮੈਂਟ ਜਿਹੜੀ ਆ ਉਹਦੇ ਆਉਣ ਦੇ ਚਾਂਸਸ ਹੋਣਗੇ। ਨਾਟ ਬਿਕੋਜ਼ ਕਿ ਉਹਨਾਂ ਨੇ ਕੋਈ ਬਹੁਤ ਐਕਸਟਰਾ ਆਰਡਨਰੀ ਚੀਜ਼ ਕੀਤੀ ਹੈ, ਮਗਰ ਕਿਉਂਕਿ ਆਪੋਜੀਸ਼ਨ ਜਿਹੜੀ ਆ ਉਹ ਵੀਕ ਆ। ਜਿਵੇਂ ਕਿ 2017 ਦੇ ਬਾਅਦ ਕੰਜ਼ਰਵੇਟਿਵ ਲੀਡਰਸ਼ਿਪ ਜਿਹੜੀ ਸੀਗੀ ਉਹ ਕਮਜ਼ੋਰ ਸੀਗੀ। ਸੋ ਇਸ ਕਰਕੇ ਅੱਜ ਵੀ ਇਸ ਚੀਜ਼ ਦਾ ਸਾਨੂੰ ਖਿਆਲ ਕਰਨਾ ਚਾਹੀਦਾ। ਤੁਸੀਂ ਆਪਣੇ ਆਪਣੇ ਬੈਲਟਸ ਵੋਟ ਕਰ ਲਏ ਆ ਔਰ ਹੁਮ-ਹੁਮਾ ਕੇ ਕੀਤੇ ਆ। ਇਹਦੇ ਵਿੱਚ ਦੋ ਹੀ ਲੀਡਰਸ ਨੇ ਜਿਨ੍ਹਾਂ ਨੇ ਰੇਸ 'ਚ ਆਉਣਾ ਆ, ਉਹ ਹੈਗੇ ਪੀਟਰ ਮਕੇ ਔਰ ਐਰਨ ਟੋਲੇ। ਦੋਨਾਂ ਦੀ ਸਪੋਰਟਰਸ ਜਿਹੜੇ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਇੱਥੇ ਅਸੀਂ ਰੇਡੀਓ ਜ਼ਿੰਦਾਬਾਦ ਤੋਂ ਇੱਕ ਭਵਿੱਖਬਾਣੀ ਜਿਹੜੀ ਆ ਉਹ ਜ਼ਰੂਰ ਕਰਦੇ ਆ ਇਲੈਕਸ਼ਨ ਦੇ ਰਿਜ਼ਲਟ ਤੋਂ ਪਹਿਲਾਂ। ਅਗਰ ਪੀਟਰ ਮਕੇ ਫਰਸਟ ਬੈਲਟ ਵਿੱਚ 40% ਤੋਂ ਉੱਤੇ ਵੋਟਾਂ ਉਹਨਾਂ ਦੀਆਂ ਆ ਗਈਆਂ, ਕਿਉਂਕਿ ਇਸ ਚੀਜ਼ ਦੀ ਜਾਣਕਾਰੀ ਮਿਲਦੀ ਰਹੇਗੀ, 100% ਪੀਟਰ ਮਕੇ will be the leader for conservative party, there is no doubts। ਮਗਰ ਸਾਨੂੰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਅਗਰ ਫਰਸਟ ਬੈਲਟ ਵਿੱਚ ਪੀਟਰ ਮਕੇ ਆਪਣੀ ਪਰਫਾਰਮੈਂਸ ਜਿਹੜੀ ਆ ਉਹ ਅੰਡਰ ਪਰਫਾਰਮ ਕਰਦੇ ਨੇ ਔਰ ਤੀਸਰੇ ਬੈਲਟ ਤੱਕ ਪੋਲਿੰਗ ਜਿਹੜੀ ਹੈ ਕਾਊਂਟਿੰਗ ਜਾਂਦੀ ਹੈ, ਸੋ ਇੱਥੇ ਸਾਡਾ ਅਨੁਮਾਨ ਇਹ ਹੈ ਕਿ ਐਰਨ ਟੋਲੇ ਜਿਹੜੇ ਆ ਉਹ ਲੀਡਰ ਬਣਨਗੇ। ਉਹਨਾਂ ਦਾ ਕਾਰਨ ਇਹ ਹੈ ਕਿ ਡੈਰਿਕ ਸਲੋਨ ਜਿਹੜੇ ਇੱਕ ਹੋਰ ਤੀਸਰੇ ਸਾਡੇ ਉਮੀਦਵਾਰ ਨੇ ਲੀਡਰਸ਼ਿਪ ਰੇਸ ਵਿੱਚ, ਉਹਨਾਂ ਦੇ ਜਿਹੜੇ ਸਪੋਰਟਰਸ ਨੇ ਉਹਨਾਂ ਦੀ ਮੇਨ ਚੋਇਸ ਜਿਹੜੀ ਆ, ਦੂਸਰੀ ਚੋਇਸ ਜਿਹੜੀ ਆ ਉਹ ਪੀਟਰ ਮਕੇ ਨਹੀਂ ਹੈਗੀ, ਉਹ ਹੈਗੀ ਆ ਐਰਨ ਟੋਲੇ। ਸੋ ਇਸ ਚੀਜ਼ ਕਰਕੇ ਇਹ ਚੀਜ਼ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿਉਂਕਿ ਅੱਜ ਬਹੁਤ ਵੱਡਾ ਇੱਕ ਇਤਿਹਾਸਿਕ ਦਿਨ ਹੈ ਖਾਸ ਤੌਰ ਤੇ ਕੰਜ਼ਰਵੇਟਿਵ ਪਾਰਟੀ ਲਈ, ਔਰ ਉਹ ਦਿਨ ਇਹ ਡਿਸਾਈਡ ਕਰੇਗਾ ਕਿ ਆਉਣ ਵਾਲੇ ਟਾਈਮ ਜਦੋਂ ਵਾਪਸ 21 ਸਤੰਬਰ ਨੂੰ ਸਾਡੀ ਪਾਰਲੀਮੈਂਟ ਬਹਿੰਦੀ ਹੈ ਔਰ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਉੱਥੇ ਆਪਣੀ ਮੈਜੋਰਿਟੀ ਸਪੋਰਟ ਜਿਹੜੀ ਆ ਉਹ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ
ਉੱਥੇ ਵਿਖਾਉਣੀ ਪੈਂਦੀ ਆ। ਉਸ ਟਾਈਮ ਜੇ ਕਿਤੇ ਇਲੈਕਸ਼ਨ ਡਿਕਲੇਅਰ ਹੁੰਦੀਆਂ ਨੇ ਤੇ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਇਹ ਵੰਡ ਅਲਬਰਟਾ ਵਰਸਸ ontario ਐਂਡ ਨੋਵਾ ਸਕੋਸ਼ੀਆ ਇਹ ਪੈ ਗਈ ਆ, ਇਹਨੂੰ ਉਨੀ ਦੇਰ ਦੇ ਵਿੱਚ ਜੇ ਨਾ ਮਿਟਾਇਆ ਗਿਆ ਤੇ ਇਹ ਵਾਪਸ ਹਿਸਟਰੀ ਜਿਹੜੀ ਆ ਰਿਪੀਟ ਕਰ ਸਕਦੀ ਹੈ ਜੋ ਲਾਸਟ ਟਾਈਮ ਕੰਜ਼ਰਵੇਟਿਵ ਨੇ ਇੱਕ ਲੀਡਰਸ਼ਿਪ ਰੇਸ ਗਲਤ ਹੋਣ ਕਰਕੇ ਭੁਗਤਾਈ ਹੈ। ਅਸੀਂ ਇਸ ਮੁੱਦੇ ਦਾ ਇੱਥੇ ਹੀ ਸਵਾਲ ਛੱਡਦੇ ਹੋਇਆ ਅਗਲੇ ਮੁੱਦੇ ਵੱਲ ਵਧਦੇ ਹਾਂ, ਕਿਉਂਕਿ ਇਸ ਚੀਜ਼ ਦਾ ਇਲੈਕਸ਼ਨ ਜਿਹੜੀ ਹੈ ਉਹਦਾ ਰਿਜ਼ਲਟ ਜਿਹੜਾ ਆ ਉਹ ਸਾਨੂੰ ਸ਼ਾਮ 7 ਵਜੇ ਟੋਰਾਂਟੋ ਟਾਈਮ ਮਿਲ ਜਾਣਾ ਹੈ। ਇਸ ਵੇਲੇ ਦੋ ਹੀ ਕੰਟੈਂਡਰ ਨੇ, ਪੀਟਰ ਮਕੇ ਔਰ ਐਰਨ ਡੋਲੇ। ਪੀਟਰ ਮਕੇ 40% ਦੇ ਉੱਤੇ ਜੇ ontario ਦੇ ਵਿੱਚ ਜੇ ਫਰਸਟ ਪੋਲ ਦੇ ਵਿੱਚ ਫਰਸਟ ਬੈਲਟ ਵਿੱਚ ਉਹ ਲੈਂਦੇ ਆ, he becomes the leader. If he does not, ਐਰਨ ਡੋਲੇ becomes the leader. ਰੇਡੀਓ ਜ਼ਿੰਦਾਬਾਦ ਦੀ ਇਹੀ ਭਵਿੱਖਬਾਣੀ ਹੈ। ਉਸ ਤੋਂ ਅਗਲਾ ਮੁੱਦਾ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਉਹ ਮੁੱਦਾ ਹੈ ਇਕੁਅਲੀ ਇੰਪੋਰਟੈਂਟ ਜੋ ਅੱਜ ਇੰਡੀਆ ਦੇ ਵਿੱਚ 24 ਅਗਸਤ ਜਦੋਂ ਉੱਥੇ ਕਾਂਗਰਸ ਦੀ ਵਰਕਿੰਗ ਕਮੇਟੀ ਅੱਜ ਬੈਠੇਗੀ ਤੇ ਮੈਂ ਸਾਰੇ ਸੁਣਨ ਵਾਲਿਆਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਸੋਨੀਆ ਗਾਂਧੀ ਜੀ ਨੇ ਆਪਣਾ ਕਾਂਗਰਸ ਪ੍ਰੈਜ਼ੀਡੈਂਟਸ਼ਿਪ ਤੋਂ ਅਸਤੀਫਾ ਦੇਣ ਦੀ ਪਹਿਲੀ ਵਾਰ ਹਿਸਟਰੀ ਦੇ ਵਿੱਚ ਆਫਰ ਕੀਤੀ ਹੈ। ਸਾਨੂੰ ਇਹ ਪਤਾ ਹੈ ਕਿ ਲਾਸਟ ਈਅਰ 2 ਵਾਰ ਲਗਾਤਾਰ ਇਲੈਕਸ਼ਨਾਂ ਦੇ ਵਿੱਚ ਬੁਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਜੀ ਕਾਂਗਰਸ ਪ੍ਰੈਜ਼ੀਡੈਂਟਸ਼ਿਪ ਤੋਂ ਅਸਤੀਫਾ ਦੇ ਚੁੱਕੇ ਸੀਗੇ। ਕਾਰਜਕਾਰੀ ਪ੍ਰਧਾਨ ਪ੍ਰੈਜ਼ੀਡੈਂਟ ਸੀਗੇ ਸੋਨੀਆ ਗਾਂਧੀ ਜੀ ਔਰ ਉਹਨਾਂ ਨੇ ਵੀ ਇਸ ਵੇਲੇ ਆਪਣਾ ਅਸਤੀਫਾ ਦੇਣ ਦੀ ਆਫਰ ਕੀਤੀ ਹੈ। 23 ਮੇਨ ਲੀਡਰ ਜਿਹੜੇ ਆ ਮੇਨ ਕਾਂਗਰਸ ਦੇ ਧੁਰੰਧਰ ਜਿਨ੍ਹਾਂ 'ਚ ਗੁਲਾਮ ਨਬੀ ਆਜ਼ਾਦ ਔਰ ਮਨੀਸ਼ ਤਿਵਾਰੀ ਜੀ, ਆਨੰਦ ਦਿਓਰਾ, ਇਹ ਸਾਰੇ ਜਿਹੜੇ ਆ ਇਹ ਲੀਡਰ ਜਿਹੜੇ ਆ ਇਹਨਾਂ ਨੇ ਇਹ ਮੰਗ ਕੀਤੀ ਆ। ਉਹਨਾਂ ਨੇ ਇਹ ਮੰਗ ਨਹੀਂ ਕੀਤੀ ਕਿ ਸੋਨੀਆ ਗਾਂਧੀ ਜੀ ਲੀਡਰਸ਼ਿਪ ਤੋਂ ਅਸਤੀਫਾ ਦੇਣ, ਮਗਰ ਉਹਨਾਂ ਇਹ ਜ਼ਰੂਰ ਮੰਗ ਕੀਤੀ ਹੈ ਕਿ ਕਾਂਗਰਸ ਦੀ ਵਰਕਿੰਗ ਕਮੇਟੀ ਜਿਹੜੀ ਆ ਉਹਨੂੰ ਰੀਹਾਲ ਕਰਨ ਦੀ ਲੋੜ ਆ, ਉਹਦੇ ਅੰਦਰ ਬਹੁਤ ਸਾਰੀਆਂ ਚੇਂਜਸ ਲਿਆਉਣ ਦੀ ਲੋੜ ਆ। ਔਰ ਇਹ ਇੱਕ ਐਸਾ ਸੰਕੇਤ ਹੈ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੀ ਇੰਨੇ ਸਾਲਾਂ ਦੀ ਹਿਸਟਰੀ ਵਿੱਚ ਕਿ ਪਹਿਲੀ ਵਾਰ ਗਾਂਧੀ ਪਰਿਵਾਰ ਜਿਹੜਾ ਆ ਉਹਨੂੰ ਚੈਲੰਜ ਮਿਲ ਰਿਹਾ ਆ ਕਾਂਗਰਸ ਦੀ ਪ੍ਰੈਜ਼ੀਡੈਂਟਸ਼ਿਪ ਤੋਂ, ਕਾਂਗਰਸ ਦੀ ਲੀਡਰਸ਼ਿਪ ਤੋਂ। ਅਗਲਾ ਲੀਡਰ ਕੌਣ ਬਣੇਗਾ, ਕਿਹੜਾ ਪ੍ਰੈਜ਼ੀਡੈਂਟ ਬਣੇਗਾ, ਕਾਂਗਰਸ ਪ੍ਰੈਜ਼ੀਡੈਂਟ ਕੌਣ ਹੋਏਗਾ, ਜਿੱਥੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਰ ਵੀ ਕੁਝ ਚੀਫ ਮਿਨਿਸਟਰਸ ਨੇ ਔਰ ਪਾਰਟੀ ਪ੍ਰੈਜ਼ੀਡੈਂਟ ਨੇ ਕੁਝ ਸਟੇਟਸ ਦੇ, ਉਹਨਾਂ ਨੇ ਇਹ ਚੀਜ਼ ਜਿਹੜੀ ਆ ਜ਼ਾਹਰ ਕੀਤੀ ਹੈ ਕਿ ਕਾਂਗਰਸ ਦੇ ਫਾਇਦੇ ਲਈ ਸੋਨੀਆ ਗਾਂਧੀ ਜਿਹੜੀ ਆ ਉਹਨਾਂ ਨੂੰ ਪ੍ਰੈਜ਼ੀਡੈਂਟ ਬਣੇ ਰਹਿਣਾ ਚਾਹੀਦਾ, ਖਾਸ ਤੌਰ ਤੇ ਅੱਜ ਦੇ ਹਾਲਾਤ ਵਿੱਚ, ਕਿਉਂਕਿ ਜੋ ਇਕਨੋਮੀ ਦਾ ਇੰਡੀਆ ਦੇ ਵਿੱਚ ਹਾਲਾਤ ਅੱਜ ਦੇ ਦਿਨ ਹੈਗੇ ਨੇ, ਹੋਰ ਵੀ ਜਿਹੜੇ ਚੈਲੰਜਸ ਨੇ, ਅਗਰ ਉਹ ਕਾਂਗਰਸ ਜਿਹੜੀ ਹੈ ਇਸ ਚੀਜ਼ ਵੱਲ ਚੱਲ ਪਈ ਤੇ ਉਹਨਾਂ ਨਾਲੋਂ ਧਿਆਨ ਲੋਕਾਂ ਦਾ ਹਟ ਜਾਏਗਾ ਔਰ ਕਾਂਗਰਸ ਦੀ ਲੀਡਰਸ਼ਿਪ ਉੱਤੇ ਧਿਆਨ ਵਧੇਗਾ। ਉਹਦੇ ਨਾਲ ਕਾਂਗਰਸ ਦੇ ਹੋਰ ਵੀ ਫਰਦਰ ਜਿਹੜੇ ਆ ਟੁਕੜੇ ਹੋਣ ਦੇ ਚਾਂਸਸ ਨੇ। ਸੋ ਅਸੀਂ ਇੱਥੋਂ ਇਹ ਅਨੁਮਾਨ ਲਾ ਰਹੇ ਹਾਂ ਕਿ ਆਉਣ ਵਾਲਾ ਟਾਈਮ ਖਾਸ ਤੌਰ ਤੇ 24 ਤਰੀਕ ਦੀ ਜਿਹੜੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਉਹ ਇੱਕ ਬੜੀ ਚੈਲੰਜਿੰਗ ਮੀਟਿੰਗ ਹੋਣੀ ਹੈ। ਉਹਦੇ ਵਿੱਚ ਪੂਰੀ ਕਾਂਗਰਸ ਦੇ ਹਿਸਟਰੀ ਦੇ ਵਿੱਚ ਪਹਿਲੀ ਵਾਰ ਜਿਹੜਾ ਗਾਂਧੀ ਪਰਿਵਾਰ ਨੂੰ ਚੈਲੰਜ ਕੀਤਾ ਗਿਆ ਉਹਦੇ ਬਾਰੇ ਡਿਸਕਸ਼ਨ ਹੋਣਗੀਆਂ। ਉਹਦੇ ਵਿੱਚ ਨਵਾਂ ਲੀਡਰ ਕੌਣ ਬਣਦਾ, ਗੁਲਾਮ ਨਬੀ ਆਜ਼ਾਦ ਉੱਭਰ ਕੇ ਬਾਹਰ ਆਉਂਦੇ ਨੇ, ਕੀ ਉਹ ਪਪੂਲਰ ਚੋਇਸ ਹੋਏਗੀ ਜਾਂ ਕੋਈ ਯੰਗ ਮਨੀਸ਼ ਤਿਵਾਰੀ, ਉਹ ਲੋਕ ਆਪਣਾ ਅੱਗੇ ਨਾ ਜਿਹੜਾ ਆ ਲੀਡਰਸ਼ਿਪ ਲਈ ਕਰਦੇ ਆ, ਕੀ ਉਹਨਾਂ ਨੂੰ ਮੁਸ਼ਕਿਲਾਂ ਆਉਣਗੀਆਂ ਔਰ ਇਹਦਾ ਅਸਰ ਜਿਹੜਾ ਆ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਨੇ, ਚਾਹੇ ਬਿਹਾਰ ਦੀ ਇਲੈਕਸ਼ਨ ਹੈ, ਚਾਹੇ ਉਹ ਕੱਲ੍ਹ ਨੂੰ ਪੰਜਾਬ ਦੀ ਇਲੈਕਸ਼ਨ ਹੋਏਗੀ 2 ਸਾਲ ਬਾਅਦ, ਉਹਦੇ ਉੱਤੇ ਇਹਦਾ ਕੀ ਅਸਰ ਪਏਗਾ, ਇਹਦੇ ਬਾਰੇ ਜਿਹੜਾ ਇਹ ਸਮਾਂ ਹੀ ਦੱਸੇਗਾ। ਮਗਰ ਕੁਐਸਚਨ ਇੱਥੇ ਇਹ ਆਉਂਦਾ ਆ ਕਿ ਕੀ ਕਾਂਗਰਸ ਦੀ ਲੀਡਰਸ਼ਿਪ ਇਸ ਵੇਲੇ ਸਹੀ ਹੱਥਾਂ 'ਚ ਹੈ? ਕੀ ਸੋਨੀਆ ਗਾਂਧੀ ਜੋ ਇਸ ਵੇਲੇ 73 ਸਾਲ ਦੇ ਹੋ ਗਏ ਨੇ ਔਰ ਉਹਨਾਂ ਦੀ ਸਿਹਤ ਵੀ ਉਹਨਾਂ ਦੀ ਇਜਾਜ਼ਤ ਨਹੀਂ ਦਿੰਦੀ ਔਰ ਕਾਰਜਕਾਰੀ ਉਹ ਪ੍ਰੈਜ਼ੀਡੈਂਟ ਨੇ, ਇਜ਼ ਸ਼ੀ ਦਾ ਰਾਈਟ ਫਿਟ? ਕਿ ਇਹ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਇੱਕ ਫੈਮਿਲੀ ਕੰਟੀਨਿਊਸਲੀ ਐਜ਼ ਅ ਡਾਇਨੈਸਟੀ, ਇੱਕ ਰਾਜ, ਜਿਵੇਂ ਰਾਜ ਗੱਦੀ ਚੱਲੀ ਜਾਂਦੀ ਆ, ਉਸੇ ਤਰ੍ਹਾਂ ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਵੀ ਦਿੱਤਾ ਹੈ ਕਿ ਅਗਲੀ ਗੱਦੀ ਜਿਹੜੀ ਹੈ ਪ੍ਰੈਜ਼ੀਡੈਂਟ ਜਿਹੜਾ ਉਹ ਰਾਹੁਲ ਗਾਂਧੀ ਜੀ ਹੋਣੇ ਚਾਹੀਦੇ ਆ, ਇਹ ਕਾਂਗਰਸ ਲਈ ਚੰਗਾ ਆ। ਕੀ ਇਹ ਉਸ ਚੀਜ਼ ਦਾ ਇਸ਼ਾਰਾ ਕਰਦੀ ਹੈ ਕਿ ਜਿਵੇਂ 1947 ਤੋਂ ਪਹਿਲਾਂ ਰਾਜੇ ਅੱਗੇ ਰਾਜਗੱਦੀਆਂ ਦਿੰਦੇ ਰਹਿੰਦੇ ਸੀਗੇ, ਇਸੇ ਤਰ੍ਹਾਂ ਕੀ ਕਾਂਗਰਸ ਪਾਰਟੀ ਉਸ ਰਾਜਗੱਦੀ ਵਾਲੀ ਰੂਟੀਨ ਜਿਹੜੀ ਆ, ਉਸ ਰਾਜਗੱਦੀ ਵਾਲਾ ਜਿਹੜਾ ਇੱਕ ਵਿਚਾਰਧਾਰਾ, ਉਸ ਪਰੰਪਰਾ ਨੂੰ ਤੋੜਦੀ ਹੈ? ਕੀ ਉਹ ਨਵੇਂ ਲੀਡਰ ਜਿਹੜੇ ਜਿਨ੍ਹਾਂ ਨੇ ਇਹ ਆਵਾਜ਼ ਚੁੱਕੀ ਆ, 23 ਲੀਡਰ ਜਿਹੜੇ ਆ ਜਿਨ੍ਹਾਂ ਨੇ ਲੈਟਰ ਲਿਖੀਆਂ ਨੇ ਕਿ ਕਾਂਗਰਸ ਵਰਕਿੰਗ ਕਮੇਟੀ ਜਿਹੜੀ ਉਹਦੀ ਓਵਰਆਲਿੰਗ ਹੋਣੀ ਚਾਹੀਦੀ ਆ,
ਚੇਂਜਸ ਲਿਆਉਣੀਆਂ ਚਾਹੀਦੀਆਂ। ਕੀ ਉਹ ਕਾਮਯਾਬ ਹੁੰਦੇ ਆ ਇੱਕ ਨਵਾਂ ਲੀਡਰ ਤਿਆਰ ਕਰਨ 'ਚ? ਕੀ ਉਹ ਲੀਡਰ ਆਉਣ ਵਾਲੇ ਸਮੇਂ ਦੇ ਵਿੱਚ ਅਗਲੀਆਂ ਇਲੈਕਸ਼ਨ ਵਿੱਚ ਬੀਜੇਪੀ ਨੂੰ ਚੈਲੰਜ ਦੇ ਸਕੇਗਾ? ਕੀ ਉਹ ਲੀਡਰ ਕਾਂਗਰਸ ਨੂੰ ਇਕੱਠਾ ਰੱਖ ਸਕੇਗਾ? ਕੀ ਕਾਂਗਰਸ ਨੂੰ ਇਕੱਠਾ ਰੱਖਣ ਵਾਸਤੇ ਇੱਕ ਯੂਨਾਨੀਮਸ ਡਿਸੀਜਨ ਉਹ ਇਹ ਬਣਾਇਆ ਜਾਂਦਾ ਕਿ ਗਾਂਧੀ ਪਰਿਵਾਰ, ਕਿਉਂਕਿ ਉਹਨਾਂ ਦੀ ਜਿਹੜੀ ਲੀਡਰਸ਼ਿਪ ਆ ਉਹ ਐਸਟੈਬਲਿਸ਼ ਲੀਡਰਸ਼ਿਪ ਆ, ਉਹਦੇ ਥੱਲੇ ਸਾਰੇ ਸਿਰ ਝੁਕਾ ਲੈਂਦੇ ਨੇ, ਕੀ ਉਹ ਕੰਟੀਨਿਊ ਰਹੇਗੀ? ਇਹ ਸਵਾਲ ਕਾਂਗਰਸ ਵਰਕਿੰਗ ਕਮੇਟੀ ਦੀ 24 ਅਗਸਤ ਦੀ ਜੋ ਅੱਜ ਦੇ ਦਿਨ ਉੱਥੇ ਜਿਹੜੀਆਂ ਮੀਟਿੰਗਸ ਹੋਣੀਆਂ ਨੇ ਇੰਡੀਆ ਦੇ ਵਿੱਚ, ਜਾਂ ਉਹਨਾਂ ਦਾ ਆਊਟਕਮ ਕੀ ਆਏਗਾ, ਉੱਥੋਂ ਸਾਨੂੰ ਪਤਾ ਲੱਗੇਗਾ ਕਿ ਆਉਣ ਵਾਲਾ ਸਮਾਂ ਕਾਂਗਰਸ ਔਰ ਇੰਡੀਅਨ ਪੋਲਿਟਿਕਸ ਕਿਵੇਂ ਰਹੇਗਾ। ਦੋਸਤੋ, ਤੁਹਾਡੇ ਨਾਲ ਗੱਲਬਾਤ ਕਰਦੇ ਆ, ਸਮਾਂ ਕਿਵੇਂ ਬੀਤ ਗਿਆ ਇਹਦਾ ਪਤਾ ਨਹੀਂ ਲੱਗਾ, ਮਗਰ ਰੇਡੀਓ ਜ਼ਿੰਦਾਬਾਦ ਤੋਂ ਹਰ ਟਾਈਮ ਐਸੇ ਹੀ ਮੁੱਦੇ ਚੁੱਕੇ ਜਾਣਗੇ, ਜੋ ਮੁੱਦੇ ਸਟਰੋਂਗ ਮੁੱਦੇ ਹੋਣਗੇ, ਜੋ ਮੁੱਦੇ ਸਾਡੀ ਕਮਿਊਨਿਟੀ ਨਾਲ, ਸਾਡੇ ਧਰਮ ਨਾਲ, ਸਾਡੇ ਕਲਚਰ ਦੇ ਨਾਲ, ਸਾਡੇ ਦੇਸ਼ ਨਾਲ, ਸਾਡੇ ਕੈਨੇਡਾ ਦੇ ਨਾਲ, ਸਾਡੇ ਇੰਡੀਆ ਦੇ ਨਾਲ ਜੁੜੇ ਹੋਣਗੇ। ਔਰ ਸ਼ਾਇਦ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨ ਵਾਸਤੇ ਥੋੜਾ ਹੌਸਲਾ ਔਰ ਜ਼ਿੰਦਾ ਦਿਲੀ ਚਾਹੀਦੀ ਹੋਏਗੀ। ਇਸੇ ਉਮੀਦ ਨਾਲ ਅਗਲੇ ਐਤਵਾਰ ਦੁਬਾਰਾ 1 ਤੋਂ 2 ਰੇਡੀਓ ਜ਼ਿੰਦਾਬਾਦ ਪ੍ਰੋਗਰਾਮ ਲੈ ਕੇ ਮੈਂ ਵਾਪਸ ਤੁਹਾਡੇ ਨਾਲ ਹਾਜ਼ਰ ਹੋਵਾਂਗਾ। ਤੁਸੀਂ ਇਸੇ ਤਰ੍ਹਾਂ ਰੇਡੀਓ ਜ਼ਿੰਦਾਬਾਦ ਨਾਲ ਜੁੜੇ ਰਹੋ। ਜੇ ਤੁਹਾਡੇ ਕੋਈ ਵੀ ਵਿਚਾਰ ਹੋਣ, ਕੋਈ ਵੀ ਤੁਹਾਡੇ ਰਿਕਮੈਂਡੇਸ਼ਨ ਹੋਣ, ਤੁਸੀਂ 647 618 1001 ਤੇ ਮੈਨੂੰ ਮੈਸੇਜ ਭੇਜ ਕੇ ਆਪਣਾ ਕੋਈ ਵੀ ਮੁੱਦਾ ਜਿਹੜਾ ਹੈ ਸਾਨੂੰ ਦੱਸ ਸਕਦੇ ਹੋ। ਸੁਣਦੇ ਰਹੋ ਰੇਡੀਓ ਜ਼ਿੰਦਾਬਾਦ ਔਰ ਮੈਨੂੰ ਦਿਓ ਇਜਾਜ਼ਤ। ਰੱਬ ਰਾਖਾ। ਮੇਰੀ ਅੱਖੀਆਂ 'ਚ ਹੱਸਦੇ ਆ ਸਜਣਾ, ਮੇਰੀ ਅੱਖੀਆਂ 'ਚ ਹੱਸਦੇ ਆ ਸਜਣਾ, ਵੇ ਮੇਰੇ ਦਿਲ ਵਿੱਚ ਵਸਦੇ ਆ ਸਜਣਾ। ਏ ਮੇਰੀ ਜਾਨ ਮੈਂ ਤੇਰੇ ਨਾਲ, ਏ ਮੇਰੀ ਜਾਨ ਤੇਰੇ ਨਾਲ ਕਰਕੇ ਮੇਰੀ ਜਾਨ ਤੈਨੂੰ ਤੱਕਿਆ ਤਾਂ ਡੁੱਲ ਗਈਆਂ ਅੱਖੀਆਂ, ਅੱਖੀਆਂ ਸਾਰੀ ਦੁਨੀਆ ਨੂੰ ਭੁੱਲ ਗਈਆਂ ਅੱਖੀਆਂ, ਅੱਖੀਆਂ ਤੈਨੂੰ ਤੱਕਿਆ ਤਾਂ ਡੁੱਲ ਗਈਆਂ ਅੱਖੀਆਂ, ਅੱਖੀਆਂ ਸਾਰੀ ਦੁਨੀਆ ਨੂੰ ਭੁੱਲ ਗਈਆਂ ਅੱਖੀਆਂ, ਅੱਖੀਆਂ।